श्री नानक पद पंकज बंदन पद पंकज बंदन सिमरो अंगद दुख निकंदन अमर दास गुर हृदय ध्यावो हृदय ध्यावो श्री गुरु रामदास गुण गावो श्री हर जन बिघन के नासका बिघन के नासका हर गोबिंद शुभ सुमत प्रकाशक श्री हर राय नमो कर जोरे नमो कर जोरे गुर हर कृष्ण मनाए बहोरे तेग बहादुर परम कृपाला परम कृपाला श्री गुरु गोबिंद सिंह विसाला तारों तारा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणिक भगत वैरागा श्री गुरु ग्रंथ साहिब उदधा बंदों कर अनुरागा एकंकारा सतगुरु तह प्रसाद सच होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सो चाहत थे परलोक व्याकुल तन की दशा बहो देखत दास अशोक चेत चतुर्दशमी भाई चाहत थे परलोक वाहेगुरु जी का खालसा वाहेगुरु जी की फतेह ने माणिया के मान सतगुरु ने ताणिया के ताण सतगुरु ने ओटिया की ओट सतगुरु ने आसरिया के आसरे धन धन जुगा हो जुग अटल चवर छतर तख्त दे मालिक हलत पलत के रख्यक वालिए दो जहान शब्द अवतार शब्द गुरु धन धन साहिब श्री गुरु ग्रंथ साहिब जीओ महाराज जिन्हां सतगुरु सचे पातशाह जी महाराज जियां दी पावन पवित्र हजूरी अंदर साहिबां दे पावन अस्थान तख्त सचखंड श्री हजूर श्री अबचलनगढ़ साहिब जी विखे जुड़ बैठी गुरु प्यारी गुरु सवारी साध संगत जीओ तख्त साहिब जी की नित मर्यादा नितनेम अनुसार दिन दे चौथे पहर दे दीवान सज रहे हैं।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਜਿਸ ਤਰ੍ਹਾਂ ਕਿ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਨ ਕਰਕੇ ਜਦੋਂ ਬਹੁਤ ਜ਼ਿਆਦਾ ਬਿਮਾਰ ਹੋ ਗਏ, ਚੇਚਕ ਦੀ ਬਿਮਾਰੀ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਆ ਗਈ। ਚੇਚਕ ਦੇ ਫੋੜੇ ਜੋ ਹਨ, ਫਿਨਸੀਆਂ ਸਰੀਰ ਦੇ ਅੰਗ ਅੰਗ ਦੇ ਵਿੱਚ, ਸਿਰ ਤੋਂ ਲੈ ਕਰਕੇ ਪੈਰਾਂ ਤੱਕ ਸਾਰੀ ਇਹ ਬਿਮਾਰੀ ਪ੍ਰਗਟ ਹੋ ਗਈ। ਸਰੀਰ ਜਿਹੜਾ ਉਹ ਸੁੱਜ ਗਿਆ, ਇੱਕਦਮ ਲਾਲੋ ਲਾਲ ਹੋ ਗਿਆ। ਵੇਖ ਕਰਕੇ ਮਾਤਾ ਜੀ ਬਹੁਤ ਪਰੇਸ਼ਾਨ ਹੋਏ। ਮਾਤਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਇਹ ਤਾਂ ਸਭ ਆਪ ਜੀ ਦੇ ਹੱਥ ਦੇ ਵਿੱਚ ਹੈ, ਫਿਰ ਆਪ ਜੀ ਤਨ ਕਰਕੇ ਇੰਨਾ ਕਸ਼ਟ ਕਿਉਂ ਭੋਗ ਰਹੇ ਹੋ? ਕਿਰਪਾ ਕਰੋ ਮਹਾਰਾਜ, ਜਿੱਥੇ ਆਪ ਸੰਗਤਾਂ ਨੂੰ ਜਿਹੜਾ ਵੀ ਕੋਈ ਗੁਰਮੁਖੀ ਪਿਆਰਾ ਆਉਂਦਾ ਉਹਨੂੰ ਆਪ ਜੀ ਨਵੇਂ ਨਿਰੋਗੇ ਕਰਕੇ ਭੇਜਦੇ ਹੋ, ਇਸ ਤਰ੍ਹਾਂ ਆਪ ਖੁਦ ਨਵੇਂ ਨਿਰੋਗੇ ਕਿਉਂ ਨਹੀਂ ਹੋ ਰਹੇ ਹੋ? ਕਿਉਂ ਇਨ੍ਹਾਂ ਤਨ ਦੇ ਉੱਤੇ ਆਪ ਜੀ ਨੇ ਕਸ਼ਟ ਨੂੰ ਝੱਲਣਾ ਕੀਤਾ? ਕਿ ਇਹ ਕਸ਼ਟਾਂ ਦੀ ਨਿਵਰਤੀ ਆਪ ਕਰ ਸਕਦੇ ਹੋ ਤੇ ਆਪ ਜੀ ਕਰਨਾ ਕਰੋ। ਉਸ ਵੇਲੇ ਮਹਾਰਾਜ ਜੀ ਨੇ ਕਿਹਾ, ਮਾਤਾ ਜੀ ਇਹ ਜੋ ਵੀ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਜਿਹੜੇ ਗੁਰਮੁਖ ਪਿਆਰੇ ਜੋ ਹੁੰਦੇ ਹਨ, ਰੱਬ ਦੇ ਪਿਆਰੇ ਜੋ ਹੁੰਦੇ ਹਨ, ਉਹ ਕਦੇ ਵੀ ਉਹਦੀ ਰੇਖ ਦੇ ਵਿੱਚ ਮੇਖ ਨਹੀਂ ਮਾਰਦੇ। ਜੋ ਉਹਦਾ ਭਾਣਾ ਵਰਤਦਾ ਨਾ, ਉਹਨੂੰ ਉਹ ਮਿੱਠਾ ਕਰਕੇ ਮੰਨਦੇ ਹਨ। ਤੇ ਜਦੋਂ ਸਰੀਰ ਦੀ ਪ੍ਰਾਪਤੀ ਹੁੰਦੀ ਹੈ, ਸਰੀਰ ਦੇ ਗੁਣ ਹਨ ਕਿ ਸਰੀਰ ਨੂੰ ਸਵਾਸਥ ਵੀ ਪ੍ਰਾਪਤ ਹੁੰਦਾ, ਸਰੀਰ ਅਸਵਸਥ ਵੀ ਹੋ ਜਾਂਦਾ, ਸਰੀਰ ਜੰਮਦਾ ਵੀ ਹੈ, ਸਮਾਂ ਪਾ ਕਰਕੇ ਸਰੀਰ ਮਰ ਵੀ ਜਾਂਦਾ, ਖਤਮ ਵੀ ਹੋ ਜਾਂਦਾ। ਇਸ ਤਰ੍ਹਾਂ ਇਹ ਸਾਰੇ ਸਰੀਰ ਦੇ ਗੁਣ ਧਰਮ ਹਨ। ਇਸ ਕਰਕੇ ਉਹਨੂੰ ਆਪਾਂ ਮੇਟ ਨਹੀਂ ਸਕਦੇ ਹਾਂ। ਜੋ ਉਹਦਾ ਹੁਕਮ, ਜੋ ਉਹਦਾ ਭਾਣਾ ਹੈ, ਉਹ ਵਰਤ ਕੇ ਹੀ ਰਹਿਣਾ। ਤੇ ਨਾਲ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਹੁਣ ਅੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ, ਸਾਡੇ ਦਾਦਾ ਸਤਿਗੁਰੂ ਮਹਾਰਾਜ ਜੀਆਂ ਨੇ ਜੋ ਬਚਨ ਕੀਤਾ ਸੀ ਨਾ, ਜੋ ਉਹਨਾਂ ਨੇ ਸਾਡੇ ਬਾਬਾ ਜੀ ਨੂੰ, ਭਾਵ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਵਰ ਦਿੱਤਾ ਸੀ ਕਿ ਬੇਟਾ ਆਪ ਜੀ ਗੁਰਤਾ ਗੱਦੀ ਦੇ ਮਾਲਕ ਹੋਵੋਗੇ। ਬਚਪਨ ਦੇ ਵਿੱਚ ਹੀ ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ, ਆਪ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੁਰੂ ਕੇ ਮਹਿਲਾਂ ਦੇ ਵਿੱਚ ਗਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜਦੋਂ ਹਾਲੇ ਪਾਤਸ਼ਾਹ ਜੀ ਦਾ ਜਨਮ ਹੀ ਹੋਇਆ ਹੈ, ਹਾਲੇ ਕੁਝ ਘੰਟੇ ਦੇ ਵਿੱਚ ਪਹਿਲਾਂ ਹੀ ਉਹਨਾਂ ਦਾ ਜਨਮ ਹੋਇਆ, ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਆਏ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਅੱਗੇ ਹੱਥ ਜੋੜਨਾ ਕੀਤਾ, ਮੱਥਾ ਟੇਕਣਾ ਕੀਤਾ, ਸਿਜਦਾ ਕੀਤੀ ਤੇ ਬਚਨ ਕੀਤਾ, ਇਹ ਧਰਮ ਧੁਰੰਦਰ ਹੋਣਗੇ, ਬਹੁਤ ਵੱਡੇ ਬਹਾਦਰ ਹੋਣਗੇ, ਧਰਮ ਦੀ ਰੱਖਿਆ ਕਰਨ ਵਾਲੇ ਹੋਣਗੇ ਤੇ ਇਹ ਕਸ਼ਟਾਂ ਨੂੰ ਨਾਸ਼ ਕਰਨ ਵਾਲੇ ਹੋਣਗੇ। ਭਾਈ ਵਿਧੀ ਚੰਦ ਸਾਹਿਬ ਜੀ ਨੇ, ਬਾਬਾ ਵਿਧੀ ਚੰਦ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਔਰ ਵੀ ਬਾਲਕਾਂ ਦਾ, ਬੱਚਿਆਂ ਦਾ ਜਨਮ ਹੋਇਆ, ਲੇਕਿਨ ਆਪ ਨੇ ਇੰਨਾ ਸਨਮਾਨ ਨਹੀਂ ਕੀਤਾ। ਤੇ ਅੱਜ ਆਪ ਜੀ ਗੁਰੂ ਤੇਗ ਬਹਾਦਰ ਜੀ ਦਾ, ਭਾਵ ਕਿ ਹੁਣ ਜਿਹੜਾ ਇਹ ਨਵ ਜਨਮਾ ਬਾਲਕ, ਇਹਦਾ ਇੰਨਾ ਜ਼ਿਆਦਾ ਸਨਮਾਨ ਕਿਉਂ ਕਰ ਰਹੇ? ਮਹਾਰਾਜ ਜੀ ਨੇ ਕਿਹਾ ਇਹਨਾਂ ਨੇ ਅੱਗੇ ਜਾ ਕਰਕੇ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋਣਾ। ਗੁਰੂ ਜੋਤ ਜੋ ਸਾਡੇ ਅੰਦਰ ਜਗਮਗਾ ਰਹੀ ਹੈ, ਇੱਕ ਸਮਾਂ ਆਵੇਗਾ ਜਦੋਂ ਗੁਰੂ ਜੋਤ ਦੇ ਇਹ ਮਾਲਕ ਬਣਨਗੇ ਤੇ ਇਹਨਾਂ ਨੇ ਧਰਮ ਦੇ ਲਈ ਬਹੁਤ ਵੱਡਾ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਬਹੁਤ ਵੱਡਾ ਧਰਮ ਦੇ ਲਈ ਇਹਨਾਂ ਨੇ ਸਾਕਾ ਕਰਨਾ ਹੈ। ਇਸ ਕਰਕੇ ਅਸੀਂ ਇਹਨਾਂ ਦਾ ਸਨਮਾਨ ਕੀਤਾ, ਸਤਿਕਾਰ ਕਰਨਾ ਕੀਤਾ। ਇਹ ਜੋ ਮਹਾਰਾਜ ਜੀ ਨੇ ਬਚਨ ਕੀਤਾ, ਜੋ ਬਚਪਨ ਦੇ ਵਿੱਚ ਹੀ ਵਰ ਦੇ ਦਿੱਤਾ ਸੀ, ਉਹ ਸਮਾਂ ਆ ਗਿਆ ਹੈ, ਉਹ ਬਚਨ ਪੂਰਾ ਕਰਨ ਦਾ ਸਮਾਂ ਆ ਗਿਆ। ਕੱਲ ਵੀ ਸਾਧ ਸੰਗਤ ਜੀ ਜਿਸ ਤਰ੍ਹਾਂ ਦਾਸ ਨੇ ਬੇਨਤੀ ਕੀਤੀ ਸੀ, ਜੋ ਮਹਾਰਾਜ ਜੀ ਨੇ ਬਚਨ ਕੀਤਾ, ਜਿਸ ਤਰ੍ਹਾਂ ਆਪਾਂ ਕੋਈ ਸਮਾਗਮ ਉਲੀਕਦੇ ਹਾਂ, ਕੋਈ ਸਮਾਂ ਉਲੀਕਿਆ ਜਾਂਦਾ, ਉਹਦੇ ਵਿੱਚ ਬੁਲਾਰੇ ਲਾਏ ਜਾਂਦੇ ਹਨ, ਉਹਨਾਂ ਨੂੰ ਉਹਨਾਂ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ, ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਕਿ ਭਾਈ
ਇਹ ਤੁਹਾਡਾ ਇੰਨਾ ਸਮਾਂ, ਇਹ ਤੁਹਾਡਾ ਇੰਨਾ ਸਮਾਂ ਹੈ। ਕੋਈ ਇੱਕ ਵਿਅਕਤੀ ਜਿਹੜਾ ਹੈ ਉਹ ਕੋਈ ਜ਼ਿਆਦਾ ਸਮਾਂ ਲੈ ਲਏ ਤੇ ਫਿਰ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਖਲਲ ਪੈ ਜਾਂਦਾ, ਫਿਰ ਸਮਾਂ ਐਡਜਸਟ ਕਰਨਾ ਬੜਾ ਔਖਾ ਹੋ ਜਾਂਦਾ ਹੈ। ਇਸ ਕਰਕੇ ਜਦੋਂ ਕਿਸੇ ਬੁਲਾਰੇ ਨੂੰ ਸਮਾਂ ਦਿੰਦੇ ਆ, ਵਿਸ਼ੇਸ਼ ਫਿਰ ਧਿਆਨ ਵੀ ਰੱਖਣਾ ਪੈਂਦਾ ਕਿ ਭਾਈ ਇਹਨਾਂ ਨੂੰ ਆ ਸਮਾਂ ਦਿੱਤਾ ਗਿਆ, ਉਹ ਸਮੇਂ ਦੇ ਦਾਇਰੇ ਦੇ ਵਿੱਚ ਰਵੇ। ਉਹ ਆਪਣੇ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦੇ ਤੇ ਫਿਰ ਦੂਜਾ ਜਿਹੜਾ ਆਉਂਦਾ ਨਾ, ਉਹਨੂੰ ਉਹਦਾ ਸਮਾਂ ਜਿਹੜਾ ਨਿਸ਼ਚਿਤ ਕੀਤਾ ਹੋਇਆ ਉਹ ਦਿੱਤਾ ਜਾਂਦਾ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਹੁਣ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸਮਾਂ, ਜੋ ਉਹਨਾਂ ਨੇ ਇੱਥੇ ਸ਼ੁਭ ਕਰਮ ਕਰਨੇ ਹਨ, ਜੋ ਉਹਨਾਂ ਨੇ ਧਰਮ ਦੀ ਰੱਖਿਆ ਕਰਨੀ ਹੈ, ਜੋ ਉਹਨਾਂ ਨੇ ਬਹੁਤ ਵੱਡਾ ਬਲੀਦਾਨ ਦੇਣਾ ਹੈ, ਕੁਰਬਾਨੀ ਦੇਣੀ ਹੈ, ਉਹਨਾਂ ਦਾ ਸਮਾਂ ਵੀ ਲਾਗੇ ਆ ਗਿਆ। ਜੇ ਅਸੀਂ ਸਮਾਂ ਲੈ ਲੈਂਦੇ ਆ ਤੇ ਉਹਨਾਂ ਨੂੰ ਉਹ ਸਮਾਂ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਉਹਦੀ ਹੁਕਮ ਦੇ ਵਿੱਚ, ਵਾਹਿਗੁਰੂ ਜੀ ਦੇ ਰਜਾ ਦੇ ਵਿੱਚ ਉਹਨੇ ਜਿੰਨਾ ਕੋ ਸਮਾਂ ਸਾਨੂੰ ਲੇਖੇ ਦਿੱਤਾ, ਉਹ ਅਸੀਂ ਆਪਣਾ ਸਮਾਂ ਹੁਣ ਸਾਡਾ ਪੂਰਾ ਹੋਣ ਵਾਲਾ, ਅਸੀਂ ਆਪਣਾ ਸਮਾਂ ਪੂਰਾ ਕਰਕੇ ਚੱਲ ਜਾਣਾ, ਭਾਣਾ ਵਰਤਾ ਦੇਣਾ ਹੈ। ਇਹ ਮਹਾਰਾਜ ਜੀ ਨੇ ਬਚਨ ਕੀਤਾ, ਸਿੱਖਿਆ ਦਿੱਤੀ ਹੈ। ਅੱਗੇ ਵੀ ਸਾਧ ਸੰਗਤ ਜੀ ਇਹ ਪ੍ਰਕਰਨ ਜਾਰੀ ਰਹੇਗਾ। ਗੁਰੂ ਕੀਆਂ ਸੰਗਤਾਂ ਆਉਣਗੀਆਂ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਪਾਵਨ ਉਪਦੇਸ਼ ਦੀ ਬਖਸ਼ੀਸ਼ ਕਰਨਗੇ। ਜੋ ਮਹਾਰਾਜ ਜੀ ਹੁਣ ਆਪਣੇ ਅੰਤਿਮ ਸਮੇਂ ਦੇ ਵਿੱਚ ਜੋ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਚੋਜ ਵਰਤਾਇਆ, ਜੋ ਕੌਂਤਕ ਕਰਨੇ ਕੀਤੇ, ਜੋ ਪਾਵਨ ਉਪਦੇਸ਼ ਦਿੱਤਾ ਗੁਰੂ ਕੀਆਂ ਸੰਗਤਾਂ ਨੂੰ, ਉਹ ਆਪਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ, ਆਪਣੀ ਸੁਰਤੀ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਕਰਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਚੇਤ ਚਤੁਰਦਸ਼ਮੀ ਪਹਿ ਚਾਹਤ ਵੇ ਪਰਲੋਕ। ਸਾਧ ਸੰਗਤ ਜੀ, ਅਗਲਾ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ। ਇਸ ਅਧਿਆਇ ਦੇ ਆਰੰਭ ਦੇ ਵਿੱਚ ਕਵੀ ਰਾਜ ਜੀ ਨੇ ਬਚਨ ਕੀਤਾ, ਮਹੀਨਾ ਜਿਹੜਾ ਚੇਤ ਦਾ ਚੜ ਗਿਆ, ਚੇਤ ਦੀ ਚਤੁਰਦਸ਼ਮੀ 14ਵਾਂ ਦਿਨ ਜਿਹੜਾ ਚੇਤ ਦਾ ਆ ਗਿਆ ਹੈ। ਹੁਣ ਸਤਿਗੁਰੂ ਮਹਾਰਾਜ ਜੀ ਨੇ ਕਮਰ ਕੱਸਾ ਕਰਨਾ ਕੀਤਾ। ਮਹਾਰਾਜ ਜੀ ਪਰਲੋਕ ਗਮਨ ਕਰਨਾ ਚਾਹੁੰਦੇ ਹਨ। ਵਿਆਕੁਲ ਤਨ ਕੀ ਦਸ਼ਾ ਬਹੁ ਦੇਖਤ ਦਾਸ ਅਸ਼ੋਕ। ਭਾਵ ਕਿ ਮਹਾਰਾਜ ਜੀ ਦੇ ਤਨ ਦੀ ਜਿਹੜੀ ਵਿਆਕੁਲਤਾ ਜੋ ਹੈ ਉਹਨੂੰ ਵੇਖ ਕਰਕੇ, ਜੋ ਮਹਾਰਾਜ ਜੀ ਦੇ ਤਨ ਦੇ ਵਿੱਚ ਜੋ ਪੀੜਾ ਆ ਰਹੀ ਹੈ, ਗੁਰਮੁਖੋ ਯਾਦ ਰੱਖੋ ਇਹ ਗੱਲ ਜਿਹੜੀ ਹੈ ਤਨ ਦੀ ਚੱਲ ਰਹੀ ਹੈ। ਬੇਸ਼ੱਕ ਤਨ ਕਰਕੇ ਆਪਾਂ ਵੀ ਬਿਮਾਰ ਹੁੰਦੇ ਆ, ਲੇਕਿਨ ਯਾਦ ਰੱਖੋ ਸਾਡਾ ਤਨ, ਮਨ, ਆਤਮਾ ਤਨ ਦੇ ਨਾਲ ਇੰਨੀ ਜੁੜੀ ਹੋਈ ਹੁੰਦੀ ਹੈ। ਤਨ ਦੇ ਵਿੱਚ ਕੋਈ ਪੀੜਾ ਆਵੇ, ਉਹ ਪੀੜਾ ਆਪਾਂ ਆਤਮਿਕ ਤੌਰ ਤੇ ਮੰਨਦੇ ਆ, ਆਪਾਂ ਅੰਦਰੋਂ ਕੰਬ ਜਾਂਦੇ ਆ। ਸਤਿਗੁਰੂ ਮਹਾਰਾਜ ਜੀ ਦੇ ਵੀ ਤਨ ਦੇ ਉੱਤੇ ਪੀੜਾਵਾਂ ਆਈਆਂ, ਲੇਕਿਨ ਮਹਾਰਾਜ ਜੀ ਨੇ ਆਤਮਿਕ ਤੌਰ ਤੇ ਉਹਨੂੰ ਮੰਨਣਾ ਨਹੀਂ ਕੀਤਾ। ਤਨ ਦੇ ਉੱਤੇ ਤਾਂ ਪੀੜਾ ਆਈ ਹੈ, ਇਹਨੂੰ ਤਾਂ ਕਹਿੰਦੇ ਹਨ ਕਿ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਤਾਂ ਆਇਆ ਤਨ ਕਰਕੇ, ਦੁੱਖ ਆਇਆ ਤਨ ਦੇ ਵਿੱਚ ਦੁੱਖ ਪ੍ਰਗਟ ਹੋਇਆ, ਲੇਕਿਨ ਪਾਤਸ਼ਾਹ ਜੀ ਨੇ ਉਸ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਣਾ ਕੀਤਾ। ਇਹ ਮਹਾਰਾਜ ਜੀ ਦੀ ਵਡਿਆਈ ਹੈ। ਜੋ ਮਹਾਰਾਜ ਜੀ ਦੇ ਤਨ ਦੇ ਵਿੱਚ ਵਿਆਕੁਲਤਾ ਪੀੜਾ ਆਈ, ਉਹਨੂੰ ਵੇਖ ਕਰਕੇ ਸਾਰੀਆਂ ਸੰਗਤਾਂ, ਸਤਿਗੁਰੂ ਮਹਾਰਾਜ ਜੀ ਸ਼ੋਕਾਤੁਰ ਨਹੀਂ ਹਨ। ਮਹਾਰਾਜ ਨੂੰ ਕੋਈ ਸ਼ੌਕ ਨਹੀਂ ਹੈ, ਕੋਈ ਸ਼ੋਕ ਨਹੀਂ ਚੜਿਆ ਹੋਇਆ ਮਹਾਰਾਜ ਜੀ ਨੂੰ। ਜਿਸ ਤਰ੍ਹਾਂ ਜੇ ਕੋਈ ਸਾਡੇ ਉੱਤੇ ਬਿਪਤਾ ਬਿਮਾਰੀ ਆ ਜਾਵੇ, ਬਿਮਾਰੀ ਕਰਕੇ ਆਪਾਂ ਸ਼ੋਕ ਦੇ ਵਿੱਚ ਆ ਜਾਂਦੇ ਆ, ਗਮੀ ਦੇ ਵਿੱਚ ਆ ਜਾਂਦੇ, ਆਪਾਂ ਅੰਦਰੋਂ ਹਿੱਲ ਜਾਂਦੇ, ਕੰਬ ਜਾਂਦੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਸ਼ੱਕ ਤਨ ਕਰਕੇ ਪੀੜਾ ਹੈ,
ਮਨ ਕਰਕੇ ਕੋਈ ਸ਼ੌਕ ਨਹੀਂ ਹੈ, ਮਨ ਕਰਕੇ ਪਾਤਸ਼ਾਹ ਜੀ ਆਨੰਦਿਤ ਹਨ। ਕੋਈ ਆਨੰਦ ਪਾਤਸ਼ਾਹ ਜੀ ਦਾ ਬਰਕਰਾਰ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਜੋ ਦਰਸ਼ਨ ਕਰਨ ਦੇ ਲਈ ਸੰਗਤਾਂ ਆਈਆਂ, ਇਹ ਅਵਸਥਾ ਵੇਖ ਕਰਕੇ ਉਹ ਬਹੁਤ ਜ਼ਿਆਦਾ ਚਿੰਤਾਤੁਰ ਹੋਏ ਹਨ। ਪਈ ਸੇਵਾ ਹਿਤ ਦਾਸ ਜੋ ਨੀਰੇ, ਜਿਹੜੇ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਜੋ ਹਨ, ਨੇਤਰ ਉਘਾਰ ਤਿਨਹੁ ਦਿਸ਼ ਹੇਰੇ, ਉਹ ਬਾਰ-ਬਾਰ ਮਹਾਰਾਜ ਜੀ ਨੂੰ ਵੇਖਦੇ ਹਨ। ਹੁਣ ਮਹਾਰਾਜ ਜੀ ਨੇ ਅੱਖਾਂ ਵੀ ਬੰਦ ਕਰ ਲਈਆਂ। ਕਈ ਵਾਰੀ ਗੁਰੂ ਕੇ ਸਿੱਖ ਅੱਖਾਂ ਖੋਲ ਕਰਕੇ ਮਹਾਰਾਜ ਨੂੰ ਵੇਖਦੇ ਹਨ। ਕਰਿਓ ਹੁਕਮ ਹਮ ਚਲਹਿ ਪਰਲੋਕ, ਇਸ ਤਰ੍ਹਾਂ ਜਦੋਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਦੀਆਂ ਅੱਖਾਂ ਖੋਲ ਕੇ ਵੇਖਣਾ ਕੀਤਾ, ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਭਾਈ ਹੁਣ ਪਰਲੋਕ ਗਮਨ ਕਰਨ ਦਾ ਸਮਾਂ ਨਜ਼ਦੀਕ ਆ ਗਿਆ, ਅਸੀਂ ਭਾਣਾ ਵਰਤਾ ਦੇਣਾ ਹੈ। ਦਰਸ਼ਨ ਕਾਂਖੀ ਸਭ ਲੋਕ, ਅੱਜ ਮਹਾਰਾਜ ਜੀ ਨੇ ਕਿਹਾ ਕਿ ਜੋ ਵੀ ਸਾਡੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ ਹੈ ਮਸੰਦ ਗੁਰ ਬਖਸ਼ ਸੇ ਮਾਲਾ, ਜਿਹੜੇ ਭਾਈ ਗੁਰਬਖਸ਼ ਮੱਲ ਜੀ ਜੋ ਹਨ, ਜੋ ਮਸੰਦਾਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਭਾਈ ਗੁਰਬਖਸ਼ ਜੀ ਇਹ ਜਿਹੜੇ ਮਸੰਦ ਇਹ ਗੁਰੂ ਘਰ ਦੇ ਮੁੱਖ ਕਰਤਾ ਧਰਤਾ ਮੁੱਖ ਪ੍ਰਬੰਧਕ ਸੀ। ਭਾਵ ਕਿ ਗੁਰੂ ਘਰ ਦੇ ਆਪਾਂ ਜਥੇਦਾਰ ਇਹਨਾਂ ਨੂੰ ਕਹਿ ਸਕਦੇ ਆ। ਤੇ ਮਹਾਰਾਜ ਜੀ ਨੇ ਕਿਹਾ ਕਿ ਭਾਈ ਗੁਰਬਖਸ਼ ਜੀ ਜੋ ਹਨ ਵੱਡੇ ਮਸੰਦ, ਉਹਨਾਂ ਨੂੰ ਬੁਲਾਇਆ ਜਾਵੇ। ਦਿੱਲੀ ਨਗਰ ਵਿਖੇ ਸਭ ਕਾਲਾ, ਜੋ ਦਿੱਲੀ ਨਗਰ ਦੇ ਵਿੱਚ ਆਦਿਕ ਅਪਰਜ ਅਹਾ, ਭਾਈ ਗੁਰਬਖਸ਼ ਜੀ ਹੋ ਗਏ। ਉਹਨਾਂ ਤੋਂ ਇਲਾਵਾ ਔਰ ਵੀ ਦਿੱਲੀ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੇ ਗੁਰਮੁਖ ਪਿਆਰੇ ਰਹਿੰਦੇ ਹਨ, ਸਿੱਖ ਸੰਗਤ ਦਰਸ ਜੇ ਜਹਾ, ਔਰ ਵੀ ਦਿੱਲੀ ਦੇ ਵਿੱਚ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਸਾਡੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ, ਸਭ ਹਨ ਕੋ ਆਨ ਹਕਾਰ, ਮਹਾਰਾਜ ਜੀ ਨੇ ਕਿਹਾ ਕਿ ਉਹਨਾਂ ਸਾਰੇ ਗੁਰਮੁਖ ਪਿਆਰਿਆਂ ਨੂੰ ਭਾਈ ਤੁਸੀਂ ਬੁਲਾ ਕੇ ਲੈ ਕੇ ਆਓ। ਉਹਨਾਂ ਨੂੰ ਕਹੋ ਕਿ ਭਾਈ ਸਾਡਾ ਸਮਾਂ ਨਜ਼ਦੀਕ ਆ ਚੁੱਕਿਆ ਹੈ, ਥੋੜੇ ਕੁ ਦਿਨਾਂ ਦੇ ਵਿੱਚ ਅਸਾਂ ਨੇ ਭਾਣਾ ਵਰਤਾ ਦੇਣਾ ਹੈ। ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਮਿਲਣਾ ਆ ਕਰਕੇ ਸਾਨੂੰ ਉਹ ਮਿਲਣਾ ਕਰੇ, ਸਾਡੇ ਦਰਸ਼ਨ ਪ੍ਰਾਪਤ ਕਰਨਾ ਕਰੇ। ਕਿਉਂਕਿ ਗੁਰਮੁਖੋ ਸਤਿਗੁਰੂ ਮਹਾਰਾਜ ਜੀ ਨੇ ਕੁਝ ਦਿਨਾਂ ਤੋਂ ਦਰਸ਼ਨਾਂ ਦੇ ਲਈ ਰੋਕ ਲਾ ਦਿੱਤੀ ਸੀ। ਕਿਹਾ ਕਿ ਭਾਈ ਕਿਉਂਕਿ ਇਹ ਬਿਮਾਰੀ ਫੈਲ ਨਾ ਜਾਵੇ, ਦੂਜੇ ਬਿਮਾਰ ਨਾ ਹੋ ਜਾਣ, ਇਸ ਕਰਕੇ ਸੰਗਤਾਂ ਨੂੰ ਰੋਕ ਦਿੱਤਾ ਗਿਆ ਕਿ ਭਾਈ ਜੇ ਦਰਸ਼ਨ ਕਰਨਾ ਬਾਰ-ਬਾਰ ਹੀ ਮਹਾਰਾਜ ਜੀ ਦੇ ਦਰ ਕਰਦੇ ਦਰਸ਼ਨ ਕਰਕੇ ਜਾਓ। ਅੰਦਰ ਜਿੱਥੇ ਮਹਾਰਾਜ ਜੀ ਵਿਰਾਜਮਾਨ ਹਨ ਉੱਥੇ ਨਹੀਂ ਲਿਆਇਆ ਕਰਦੇ ਸਨ। ਹੁਣ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਜਿਨ੍ਹਾਂ ਨੇ ਦਰਸ਼ਨ ਕਰਨਾ ਉਹ ਸਾਡੇ ਤੱਕ ਆ ਸਕਦੇ, ਪਾਵਹਿ ਦਰਸ਼ਨ ਦਰਬਾਰ, ਉਹ ਸਾਡੇ ਦਰਬਾਰ ਦੇ ਵਿੱਚ ਆ ਕਰਕੇ ਸਾਡੇ ਦਰਸ਼ਨਾਂ ਨੂੰ ਪ੍ਰਾਪਤ ਕਰ ਸਕਦੇ ਹਨ। ਸੁਨਤ ਬਿਲੋਚਨ ਦਾਸਨ ਭਰੇ, ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ, ਸਿੱਖਾਂ ਦੀਆਂ ਅੱਖਾਂ ਨੰਬ ਹੋ ਕਰਕੇ ਆਈਆਂ। ਦਰਸ਼ਨ ਅਸ਼ਰੂ ਬੂੰਦ ਗਿਰ ਪਰੇ, ਇਹਨਾਂ ਮਨ ਦੇ ਵਿੱਚ ਵਿਰਾਗ ਆਇਆ ਜਦੋਂ ਪਾਤਸ਼ਾਹ ਜੀ ਨੇ ਕਿਹਾ ਕਿ ਸੰਗਤ ਜੀ ਅਸੀਂ ਪਰਲੋਕ ਗਮਨ ਕਰਨਾ। ਉਸੇ ਵੇਲੇ ਸੰਗਤਾਂ ਨੇ ਅਸ਼ਰੂਪਾਤ ਕਰਨਾ ਕੀਤਾ, ਨੇਤਰ ਜਿਹੜੇ ਸੇਜਲ ਹੋ ਕਰਕੇ ਆਏ। ਮਾਤਾ ਆਦਿਕ ਸਭਨ ਸੁਨਾਏ, ਉਹਨਾਂ ਗੁਰਮੁਖ ਪਿਆਰਿਆਂ ਨੇ ਜਾ ਕਰਕੇ ਸਤਿਕਾਰਯੋਗ ਮਾਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਸਤਿਗੁਰੂ ਮਹਾਰਾਜ ਜੀ ਨੇ ਪਰਲੋਕ ਗਮਨ ਕਰਨ ਦੀ ਤਿਆਰੀ ਕਰਨੀ ਕੀਤੀ ਹੈ। ਸਮੁਦਾਇਨ ਕੋ ਸ਼ੋਕ ਉਪਾਏ, ਜਿੰਨੇ ਵੀ ਉੱਥੇ ਗੁਰੂ ਕੇ ਪਿਆਰੇ ਸਨ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੋਕ ਆ ਗਿਆ। ਗੁਰ ਬਖਸ਼ ਹਕਾਰਨ ਕਰਿਓ, ਫਿਰ ਮਹਾਰਾਜ ਜੀ ਨੇ ਭਾਈ ਗੁਰਬਖਸ਼ ਜੋ ਮਸੰਦ ਹਨ ਉਹਨਾਂ ਨੂੰ ਪਾਤਸ਼ਾਹ ਜੀ ਨੇ ਬੁਲਾਉਣਾ ਕੀਤਾ। ਕਰ ਨੇਤਰਨ ਮਹਿਜਲ ਭਰਿਓ, ਜਦੋਂ ਉਹਨਾਂ ਨੂੰ ਭਾਈ ਗੁਰਬਖਸ਼ ਮਸੰਦ ਜੀ ਨੂੰ ਪਤਾ ਚੱਲਿਆ ਤੇ ਉਹਨਾਂ ਦੀਆਂ ਵੀ ਅੱਖਾਂ ਨਮ ਹੋ ਕਰਕੇ ਆਈਆਂ। ਪਰ ਸਿੱਖ ਸੰਗਤ ਬੁਲਵਾਏ, ਉਹਨਾਂ ਨੇ ਆਰ ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਉਹਨਾਂ ਸਾਰਿਆਂ ਨੂੰ ਸਦਨਾ ਕੀਤਾ। ਦਰਸ਼ਨ ਕੇ ਕਾਰਨ ਚਲ ਆਏ, ਸਾਰੀਆਂ ਸੰਗਤਾਂ ਜਿਹੜੀਆਂ ਨਾ ਪਾਤਸ਼ਾਹ ਜੀ ਦੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਚੱਲ ਕਰਕੇ ਆ ਗਈਆਂ। ਹਿਰਦੇ ਬਿਸੂਰਤ ਮੁਖ ਮੁਰਝਾਏ, ਸਾਰਿਆਂ ਦਾ ਹਿਰਦਾ ਜਿਹੜਾ ਬਿਸੂਰਤ ਹਿਰਦਾ ਝੂਰ ਰਿਹਾ ਹੈ, ਸਾਰਿਆਂ ਦੇ ਮੁਖ ਮੰਡਲ ਜਿਹੜੇ ਮੁਰਝਾ ਗਏ ਹਨ। ਕਿਉਂਕਿ ਮਨ ਦੇ ਵਿੱਚ ਕੋਈ ਚਾਹ ਨਹੀਂ ਆ। ਪਤਾ ਜੋ ਚੱਲ ਗਿਆ ਕਿ ਭਾਈ ਮਹਾਰਾਜ ਜੀ ਨੇ ਭਾਣਾ ਵਰਤਾ ਦੇਣਾ, ਥੋੜਾ ਹੀ ਸਮਾਂ ਹੈ ਮਹਾਰਾਜ ਜੀ ਦੇ ਕੋਲ। ਇਸ ਕਰਕੇ ਸਾਰਿਆਂ ਦਾ ਤਨ ਮੁਖੜਾ ਮੁਰਝਾਇਆ ਹੋਇਆ ਹੈ। ਕ੍ਰਿਸ਼ਨ ਠਾਨ ਪਹੁੰਚ ਤਿਸ ਥਾਏ, ਉੱਥੇ ਆ ਕਰਕੇ ਸੰਗਤਾਂ ਚੁੱਪਚਾਪ ਆ ਕਰਕੇ ਦਰਸ਼ਨ ਕਰਦੀਆਂ, ਮਨ ਵਿੱਚ ਵੈਰਾਗ ਜੋ ਹੈ।
ਕਿਉਂਕਿ ਆਪ ਨੂੰ ਪਤਾ ਜਦੋਂ ਮਹਾਰਾਜ ਜੀ ਚੜ੍ਹਦੀ ਕਲਾ ਸਵਸਥ ਸਨ, ਉਸ ਵੇਲੇ ਸੰਗਤਾਂ ਬੇਨਤੀਆਂ ਕਰਦੀਆਂ ਸੀ। ਮਹਾਰਾਜ ਦੇ ਅੱਗੇ ਤਰਲੇ ਕੱਢਦੇ ਸੀ ਕਿ ਮਹਾਰਾਜ ਕਿਰਪਾ ਕਰੋ, ਇਹ ਸਾਡੀ ਮਨੋਕਾਮਨਾ ਪੂਰੀ ਕਰ ਦਿਓ। ਕੋਈ ਕਹਿੰਦਾ ਮਹਾਰਾਜ ਇਹ ਮੇਰੀ ਅਰਦਾਸ ਪੂਰੀ ਕਰੋ, ਕੋਈ ਕਹਿੰਦਾ ਜੀ ਉਹ ਅਰਦਾਸ ਪੂਰੀ ਕੀਤੀ ਜਾਵੇ। ਲੇਕਿਨ ਅੱਜ ਇਹ ਦੁੱਖ ਦਾ ਸਮਾਂ ਜਾਣ ਕਰਕੇ ਕੋਈ ਕੁਛ ਨਹੀਂ ਬੋਲਦਾ, ਸਾਰੇ ਚੁੱਪਚਾਪ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ। ਜੈ ਸਿੰਘ ਆਦ ਅਪਰ ਨਰ ਕਹਨੇ। ਇਸ ਤਰ੍ਹਾਂ ਔਰ ਵੀ ਗੁਰੂ ਕੀਆਂ ਜੈ ਸਿੰਘ ਆਦਿਕ ਔਰ ਵੀ ਗੁਰਮੁਖ ਪਿਆਰੇ ਜੋ ਹਨ, ਉਤਲਾਵਤ ਚਿਤ ਚਿੰਤਾ ਸਨੇ। ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਮਹਾਰਾਜ ਜੀ ਨੇ ਕਾਰਨ ਕਰ ਜਾਣਾ, ਤੇ ਉਹ ਵੀ ਉਤਲਾਉਂਦਾ ਹੋਇਆ ਆ ਗਿਆ। ਸਕਲ ਆਨ ਪਹੁੰਚੇ ਜਬ ਪਾਉ। ਇਸ ਤਰ੍ਹਾਂ ਸਾਰੀਆਂ ਸੰਗਤਾਂ ਆ ਕਰਕੇ ਗੁਰੂ ਘਰ ਦੇ ਵਿੱਚ ਪਹੁੰਚ ਗਈਆਂ। ਭਾਈ ਪੀਰ ਥਿਰ ਬਹਿ ਤਿਸ ਠਾਉਰ। ਬਹੁਤ ਜ਼ਿਆਦੀ ਭੀੜ ਲੱਗ ਗਈ ਹੈ, ਸਾਰੇ ਆ ਕੇ ਗੁਰੂ ਘਰ ਦੇ ਵਿੱਚ ਸਥਿਤ ਹੋ ਗਏ। ਅੰਤਰ ਸਤਿਗੁਰ ਨਿਕਟ ਜਨਾਇਓ। ਹੁਣ ਅੰਦਰ ਜਾ ਕਰਕੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੁਧ ਜੈਪੁਰ ਕੋ ਪਤ ਆਇਓ। ਤੇ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਆਪ ਜੀ ਦੀ ਖਬਰਸਾਰ ਲੈਣ ਦੇ ਲਈ ਜਦੋਂ ਜੈਪੁਰ ਦਾ ਰਾਜਾ ਜੈ ਸਿੰਘ ਨੂੰ ਪਤਾ ਚੱਲਿਆ ਤੇ ਉਹ ਵੀ ਵਾਹੁਦਾਈ ਦੇ ਨਾਲ ਆ ਗਿਆ। ਬਿੰਦ ਮਸੰਦ ਸੰਗਤਾਂ ਸਾਰੇ। ਔਰ ਵੀ ਬਹੁਤ ਸਾਰੇ ਮਸੰਦ ਗੁਰੂ ਕੀ ਸੰਗਤ ਆਦਿਕਾ। ਫਿਰੀ ਸਭ ਪੌਰ ਅਗਾਰੀ। ਇਹ ਸਾਰੇ ਗੁਰਮੁਖ ਪਿਆਰੇ ਆ ਕਰਕੇ ਇੱਥੇ ਗੁਰੂ ਘਰ ਦੇ ਵਿੱਚ ਆ ਕਰਕੇ ਸਥਿਤ ਹੋ ਗਏ। ਕਰ ਸ੍ਰੀ ਹਰਿ ਕ੍ਰਿਸ਼ਨ ਉਚਾਰਾ। ਸੁਣ ਕਰਕੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਉਚਾਰਨ ਕਰਨਾ ਕੀਤਾ। ਦਸਾਵੋ ਵਿਵਿਧ ਪ੍ਰਕਾਰਾ। ਮਹਾਰਾਜ ਜੀ ਨੇ ਕਿਹਾ ਕਿ ਭਾਈ ਸੰਗਤਾਂ ਆ ਗਈਆਂ ਹਨ, ਕਿ ਸੰਗਤਾਂ ਦੇ ਬੈਠਣ ਦਾ ਤੁਸੀਂ ਪ੍ਰਬੰਧ ਕਰਨਾ ਕਰੋ, ਦੀਵਾਨ ਸਜਾਉਣਾ ਕਰੋ। ਆਨ ਸਭਨ ਕੋ ਦੇਹੁ ਬਿਠਾਏ। ਸਾਰੀਆਂ ਸੰਗਤਾਂ ਜੋ ਬਾਹਰ ਖੜੋਤੀਆਂ ਹੋਈਆਂ ਉਹਨਾਂ ਨੂੰ ਲਿਆ ਕਰਕੇ ਅੰਦਰ ਬਿਠਾਇਆ ਜਾਵੇ। ਦਰਸ਼ਨ ਕਰਹਿ ਕਾਮ ਨਾ ਪਾਏ। ਜੋ ਵੀ ਦਰਸ਼ਨ ਦਿਦਾਰੇ ਕਰੇਗਾ ਉਹਦੀ ਸ਼ੁਭ ਭਾਵਨਾ ਪੂਰੀ ਹੋ ਜਾਵੇਗੀ। ਕਯੋ ਮੇਵੜਾ ਆਇਸ ਲੈ ਕੇ। ਇਸ ਤਰ੍ਹਾਂ ਅਰਦਾਸੀਆ ਜਿਹੜਾ ਆਗਿਆ ਲੈ ਕਰਕੇ ਚੱਲ ਗਿਆ। ਅੰਤਰ ਸਕਲ ਹਕਾਰਨ ਕਰ। ਸਾਰੀ ਸੰਗਤ ਜੋ ਬਾਹਰ ਖੜੋਤੀ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਗਿਆ ਕਿ ਸੰਗਤ ਜੀ ਅੰਦਰ ਦੀਵਾਨ ਦੇ ਵਿੱਚ ਆ ਕਰਕੇ ਸੱਜ ਜਾਓ। ਸ੍ਰੀ ਸਤਿਗੁਰ ਤਬ ਭੈ ਸੋਧਾਨਾ। ਉਸ ਵੇਲੇ ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਵਧਾਨ ਹੋ ਗਏ। ਬੈਠੇ ਦਰਸ਼ਨ ਦੇਨ ਸੁਜਾਨਾ। ਸਤਿਗੁਰੂ ਮਹਾਰਾਜ ਸੰਗਤਾਂ ਨੂੰ ਆਪਣੇ ਅੰਤਮ ਦਰਸ਼ਨ ਦੇਣ ਦੇ ਲਈ ਉੱਥੇ ਗੁਰਤਾ ਗੱਦੀ ਸਿੰਘਾਸਣ ਦੇ ਉੱਤੇ ਬੈਠ ਗਏ ਹਨ। ਇੱਕ ਗੁਰ ਬਖਸ਼ ਹੈ ਜੈਪੁਰ ਨਾਥ। ਇੱਕ ਜਿਹੜਾ ਭਾਈ ਗੁਰਬਖਸ਼ ਜਿਹੜਾ ਮਸੰਦ ਤੇ ਦੂਜਾ ਜਿਹੜਾ ਹੈ ਜੈਪੁਰ ਦਾ ਨਾਥ ਜੈ ਸਿੰਘ। ਪ੍ਰਵੇਸ਼ਿਓ ਅੰਤਰ ਗਏ ਤਿਸ ਹਾਥ। ਉਹ ਅੰਦਰ ਗਏ ਸਤਿਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਪਕੜਨਾ ਕੀਤਾ ਤੇ ਮਹਾਰਾਜ ਜੀ ਇੱਕ ਹੱਥ ਦੇ ਨਾਲ ਉਹਨੂੰ ਪਕੜਨਾ ਕੀਤਾ ਭਾਈ ਗੁਰਬਖਸ਼ ਨੂੰ, ਤੇ ਦੂਜੇ ਹੱਥ ਦੇ ਨਾਲ ਜੈ ਸਿੰਘ ਦਾ ਸਹਾਰਾ ਲਿਆ। ਇਨ ਦੋ ਅੰਤੇ ਪਿਛਾ ਸਾਰੇ। ਉਹ ਤੋਂ ਬਾਅਦ ਸਾਰੀਆਂ ਸੰਗਤਾਂ ਜਿਹੜੀਆਂ ਹਨ ਮਨ ਬਰੇ ਚਿੰਤਾ ਚਿਤ ਧਾਰੇ। ਸਾਰਿਆਂ ਦੇ ਮਨ ਦੇ ਵਿੱਚ ਬਹੁਤ ਚਿੰਤਾ ਲੱਗੀ ਹੋਈ ਹੈ ਤੇ ਸਾਰੀ ਸੰਗਤ ਜਿਹੜੀ ਹੈ ਚਿੰਤਾ ਤੁਰ ਸ਼ੋਕਾਤੁਰ ਹੋ ਕਰਕੇ ਗੁਰੂ ਘਰ ਦੇ ਵਿੱਚ ਆ ਗਈਆਂ। ਗੁਰ ਤਨ ਪਿਖਿਓ ਬ੍ਰਿੰਦ ਵਿਸਫੋਟ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਮਹਾਰਾਜ ਜੀ ਦੇ ਤਨ ਦੇ ਉੱਤੇ ਬਹੁਤ ਸਾਰੇ ਵਿਸਫੋਟ ਫੌੜੇ ਫਿਣਸੀਆਂ ਜਿਹੜੀਆਂ ਇਹ ਬਿਮਾਰੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਹਰੇ ਸਰਬ ਦੀਰਘ ਕੋ ਛੋਟ। ਕੋਈ ਵੱਡੀਆਂ ਫਿਣਸੀਆਂ ਹਨ, ਫੋੜੇ ਹਨ, ਕਿ ਕੋਈ ਛੋਟੇ ਫੋੜੇ ਫਿਣਸੀਆਂ ਹਨ। ਕਰ ਬੰਧ ਹੈ ਬੰਧਨ ਕੋ ਧਾਰ ਹੈ। ਇਸ ਤਰ੍ਹਾਂ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਹੱਥ ਜੋੜ ਕਰਕੇ ਬੰਦਨਾ ਕਰਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਨ। ਇਹ ਚਿਤ ਹੀਰ ਹੋਤ ਬਲਹਾਰ। ਕਈ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਵਾਰ ਨੇ ਬਲਹਾਰ ਨੇ ਲੱਖ ਬਰੀਆ ਮਹਾਰਾਜ ਜੀ ਤੋਂ ਵਾਰੇ ਜਾਂਦੇ, ਮਹਾਰਾਜ ਜੀ ਤੋਂ ਬਲਹਾਰੇ ਜਾਂਦੇ। ਜਥਾ ਉਚਿਤ ਬੈਠੇ ਧਰਮਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਗੁਰਤਾ ਗੱਦੀ ਦੇ ਉੱਤੇ ਮੌਨ ਧਾਰਨ ਕਰਕੇ ਬੈਠਣਾ ਕੀਤਾ। ਭਰਤ ਬਿਲੋਕਨ ਬੋਲਹਿ ਕੌਣ। ਸਤਿਗੁਰੂ ਮਹਾਰਾਜ ਜਦੋਂ ਬੈਠ ਗਏ ਤੇ ਗੁਰੂ ਕੀਆਂ ਸੰਗਤਾਂ ਇੱਕ ਦੂਜੇ ਦੇ ਵੱਲ ਵੇਖ ਰਹੀਆਂ ਕਿ ਭਾਈ ਕੌਣ ਮਹਾਰਾਜ ਜੀ ਦੇ ਨਾਲ ਬਚਨ ਕਰੇਗਾ।
ਕੌਣ ਅੱਗੇ ਬਚਨ ਤੋਰੇਗਾ। ਇਹ ਇੱਕ ਦੂਜੇ ਦੇ ਵੱਲ ਤੱਕ ਰਹੇ। ਜੈਪੁਰ ਬਤ ਕੋ ਰੁਖ ਲਖ ਕਰ ਕੈ। ਫਿਰ ਸਾਰਿਆਂ ਨੇ ਜਿਹੜਾ ਹੈ ਰਾਜੇ ਜੈ ਸਿੰਘ ਦੇ ਵੱਲ ਵੇਖਣਾ ਕੀਤਾ। ਜੈਪੁਰ ਬਖਸ਼ ਨਿਮਰਤਾ ਧਰ ਕੈ। ਫਿਰ ਨਿਮਰਤਾ ਧਾਰਨ ਕਰਕੇ ਭਾਈ ਗੁਰਬਖਸ਼ ਨੇ ਬਚਨ ਕੀਤਾ। ਸਤਿਗੁਰੂ ਆਪ ਸਰਬੱਗ। ਇਸ ਤਰ੍ਹਾਂ ਭਾਈ ਗੁਰਬਖਸ਼ ਤੇ ਨਾਲ ਰਾਜਾ ਜੈ ਸਿੰਘ ਇਹਨਾਂ ਦੋਵਾਂ ਨੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਇਹਨਾਂ ਨੇ ਕਿਹਾ ਕਿ ਹੇ ਸਤਿਗੁਰੂ ਮਹਾਰਾਜ ਆਪ ਜੀ ਸਰਬੱਗ ਹੋ। ਕਿਆ ਕਹਿ ਸਕੈ ਜੇ ਨਰ ਅਲਪਾਗਿ। ਅਸੀਂ ਅਲਪਾਗਿ ਮਨੁੱਖ ਹਾਂ। ਅਲਪਾਗਿ ਮਨੁੱਖ ਸਰਬੱਗ ਨੂੰ ਕਿਸ ਤਰ੍ਹਾਂ ਉਪਦੇਸ਼ ਦੇ ਸਕਦਾ, ਕੋਈ ਬਚਨ ਕਰ ਸਕਦਾ। ਭਾਵ ਕਿ ਕੋਈ ਇਆਣਾ ਬਾਲਕ ਨਾ ਸਮਝ ਜਿਹੜਾ ਹੈ ਉਹ ਸਮਝਦਾਰ ਨੂੰ ਉਪਦੇਸ਼ ਨਹੀਂ ਦੇ ਸਕਦਾ ਕਿ ਭਾਈ ਤੂੰ ਇੰਜ ਕਰ, ਤੂੰ ਇੰਜ ਕਰ ਕਰਕੇ। ਹਾਂ, ਸਮਝਦਾਰ ਜਿਹੜਾ ਹੈ ਉਹ ਇਆਣੇ ਨੂੰ ਉਪਦੇਸ਼ ਦਿੰਦਾ, ਉਹਨੂੰ ਸਮਝਾਉਂਦਾ ਕਿ ਬੇਟਾ ਇੰਜ ਨਹੀਂ ਇੰਜ ਕਰਨਾ ਚਾਹੀਦਾ। ਇਸ ਤਰ੍ਹਾਂ ਆਪ ਜੀ ਸਰਬੱਗ ਹੋ, ਵੱਡੇ ਹੋ, ਅਸੀਂ ਛੋਟੇ ਹਾਂ। ਮਹਾਰਾਜ ਅਲਪਾਗ ਹਾਂ। ਅਲਪਾਗ ਕਦੇ ਵੀ ਸਰਬੱਗ ਨੂੰ ਬਚਨ ਨਹੀਂ ਕਰ ਸਕਦਾ, ਉਪਦੇਸ਼ ਨਹੀਂ ਦੇ ਸਕਦਾ। ਕਉ ਆਪਨੇ ਹਿਤ ਚਿਤ ਚਾਹੈ। ਫਿਰ ਵੀ ਆਪ ਜੀ ਦਾ ਹਿੱਤ ਚਾਹੁੰਦਿਆਂ ਹੋਇਆ ਸਮਰਥਨ ਟਿਕ ਬਿਨਤੀ ਕਹਾ। ਜਿਹੜੇ ਸਮਰੱਥਵਾਨ ਹੁੰਦੇ ਹਨ ਉਹਨਾਂ ਨੂੰ ਸਲਾਹ ਨਹੀਂ ਦਿੱਤੀ ਜਾਂਦੀ ਹੈ, ਉਹਨਾਂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਤਿਸ ਆਗੇ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ। ਮਹਾਰਾਜ ਜੀ ਨੇ ਕਿਹਾ ਕਿ ਭਾਈ ਉਹਦੇ ਅੱਗੇ ਜ਼ੋਰ ਨਹੀਂ ਚੱਲਦਾ। ਭਾਈ ਉਹਦੇ ਅੱਗੇ ਜ਼ੋਰ ਆਪਾਂ ਲਾ ਕੇ ਨਹੀਂ ਕਹਿ ਸਕਦੇ ਹਾਂ ਜੀ, ਸਲਾਹ ਨਹੀਂ ਦੇ ਸਕਦੇ ਹਾਂ। ਉਹਨਾਂ ਦੇ ਅੱਗੇ ਤਾਂ ਤਰਲਾ ਕੱਢਣਾ ਪੈਂਦਾ। ਜੇ ਕੁਝ ਕਹਿਣਾ ਵੀ ਹੈ ਹੱਥ ਜੋੜ ਕਰਕੇ ਬੇਨਤੀ ਕਰਨੀ ਚਾਹੀਦੀ ਹੈ। ਤੇ ਇਹਨਾਂ ਨੇ ਕਿਹਾ ਮਹਾਰਾਜ ਅਸੀਂ ਸਲਾਹ ਦੇਣ ਵਾਲੇ ਕੌਣ ਹੁੰਦੇ ਆ? ਹਾਂ, ਦਾਸ ਦਾ ਕੰਮ ਹੁੰਦਾ ਬੇਨਤੀ ਕਰਨਾ। ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ। ਆਗੇ ਪਹੇ ਸਪਦ ਗੁਰ ਜੋ। ਆਪ ਜੀ ਤੋਂ ਪਹਿਲੇ ਅੱਗੇ ਜਿਹੜੇ ਹਨ 7 ਪਾਤਸ਼ਾਹੀਆਂ ਹੋ ਗਈਆਂ। 7 ਗੁਰੂ ਸਾਹਿਬ ਜੀ ਹੋਏ ਤੇ ਹੁਣ ਆਪ ਜੀ 8ਵੀਂ ਪਾਤਸ਼ਾਹੀ ਹੋ। ਦਾਸ ਕਿਦੋ ਲਾਇਕ ਸਤ ਕੋਏ। ਆਪ ਜੀ ਤੋਂ ਪਹਿਲਾਂ 7 ਪਾਤਸ਼ਾਹੀਆਂ ਨੇ ਕੀ ਕੀਤਾ? ਜਦੋਂ ਉਹਨਾਂ ਦਾ ਅੰਤਮ ਸਮਾਂ ਲਾਗੇ ਆ ਗਿਆ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਜਾਂ ਆਪਣੀ ਥਾਂ ਤੇ ਟਿਕਾਉਣ ਦੇ ਲਈ ਆਪਣੇ ਸੇਵਾਦਾਰਾਂ ਨੂੰ ਉਹਨਾਂ ਨੇ ਉਚਿਤ ਜਾਣ ਕਰਕੇ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਸਭ ਵਿਦ ਤੇ ਸਮਰਥ ਤਿਸ ਕਰ ਕਾ। ਉਸ ਵੇਲੇ ਹਰ ਤਰ੍ਹਾਂ ਦੇ ਨਾਲ ਉਹ ਗੁਰੂ ਸਾਹਿਬ ਜੀ ਆਪਣੇ ਜਾਣ ਤੋਂ ਪਹਿਲਾਂ ਆਪਣੇ ਸੇਵਾਦਾਰ ਨੂੰ ਸક્ષਮ ਕਰ ਦਿੰਦੇ, ਸਮਰੱਥ ਕਰ ਦਿੰਦੇ, ਤਿਆਰ ਪਰ ਤਿਆਰ ਕਰ ਦਿੰਦੇ ਸਨ। ਗੁਰਤਾ ਗਾਦੀ ਪਰ ਬੈਠਰ ਕਾ। ਫਿਰ ਆਪਣੀ ਹਯਾਤੀ ਵਿੱਚ, ਆਪਣੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਫਿਰ ਗੁਰਤਾ ਗੱਦੀ ਦੇ ਉੱਤੇ ਉਹਨਾਂ ਨੂੰ ਬਿਠਾਉਣਾ ਕੀਤਾ। ਇਹ ਰਸਮ ਨਿਭਾਈ ਜਾਂਦੀ ਹੈ। ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕਰਕੇ ਬਿਠਾ ਕਰਕੇ ਉਹਨਾਂ ਦੇ ਅੱਗੇ ਮੌਜੂਦਾ ਸਤਿਗੁਰੂ 5 ਪੈਸੇ ਨਰੀਅਲ ਝੋਲੀ ਵਿੱਚ ਪਾ ਕਰਕੇ ਜਿਹੜੇ ਨਵੇਂ ਗੁਰੂ ਸਾਹਿਬ ਜੀ ਉਹਨਾਂ ਦੇ ਅੱਗੇ ਮੱਥਾ ਟੇਕ ਕਰਕੇ ਕਹਿੰਦੇ ਕਿ ਭਾਈ ਅੱਜ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਜੋਤ ਇਹਨਾਂ ਦੇ ਅੰਦਰ ਜਗਮਗਾਏਗੀ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਮਾਲਕ ਹੋਣਗੇ। ਅਸੀਂ ਇਹਨਾਂ ਨੂੰ ਗੁਰੂ ਜਾਣ ਕਰਕੇ ਮੱਥਾ ਟੇਕਣਾ ਕੀਤਾ। ਹੁਣ ਸੰਗਤ ਜੀ ਸਾਰੀ ਆਪ ਗੁਰੂ ਕੇ ਪਿਆਰੀ ਸੰਗਤ ਉੱਠ ਕਰਕੇ ਇਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਰੋ। ਸਕਲ ਸੰਗਤਾਂ ਆਨ ਮਸੰਦ। ਫਿਰ ਮਹਾਰਾਜ ਜੀ ਕੀ ਕਰਦੇ ਸਨ? ਭਾਣਾ ਵਰਤਾਉਣ ਤੋਂ ਪਹਿਲਾਂ ਸਾਰੀ ਸੰਗਤ, ਜਿਹੜੇ ਮੁਖੀ ਮਸੰਦ ਜਿਹੜੇ ਹਨ, ਗੁਰੂ ਘਰ ਦੇ ਪ੍ਰਬੰਧਕ ਆਦਿਕ, ਉਹਨਾਂ ਸਾਰਿਆਂ ਨੂੰ ਬੁਲਾ ਕਰਕੇ ਕਰ ਕਹਵਾਏ ਦਾਸ ਜੇ ਬ੍ਰਿੰਦ। ਜਿੰਨੇ ਵੀ ਜਿਹੜੇ ਦਾਸ ਸੇਵਾਦਾਰ ਆਦਿਕ ਹਨ ਉਹਨਾਂ ਨੂੰ ਬੁਲਾ ਕਰਕੇ ਫਿਰ ਮਹਾਰਾਜ ਜੀ ਦੀ ਬਾਂਹ ਪਕੜਾਈ ਜਾਂਦੀ। ਮਹਾਰਾਜ ਜੀ ਨੂੰ ਫਿਰ ਇਹ ਕਹਿੰਦੇ ਕਿ ਭਾਈ ਅੱਜ ਤੋਂ ਇਹ ਤੁਹਾਡੇ ਗੁਰੂ ਸਾਹਿਬ ਜੀ ਹਨ। ਬਹੁਰ ਚਾਹੇ ਪਰਲੋਕ ਭਇਆ ਨਾ। ਉਹ ਤੋਂ ਬਾਅਦ ਇਹ ਮਰਿਆਦਾ ਗੁਰਤਾ ਗੱਦੀ ਨਸ਼ੀਨੀ ਦੀ ਮਰਿਆਦਾ ਕਰਕੇ ਮੌਜੂਦਾ ਸਤਿਗੁਰੂ ਜੀ ਜੋ ਹਨ ਉਹ ਪਰਲੋਕ ਗਮਨ ਕਰਦੇ। ਕਰਤ ਰਹੇ ਜਨ ਗਨ ਦੁਖ ਹਾਨਾ। ਇਸ ਤਰ੍ਹਾਂ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਹਿਲੇ ਸਤਿਗੁਰੂ ਮਹਾਰਾਜ ਜੀ ਨੇ ਇੰਜ ਭਾਣਾ ਵਰਤਾਉਣਾ ਕੀਤਾ। ਜੈਪੁਰ ਨਾਥ ਸਹਿਤ ਇਸ ਬੇਰੀ। ਹੁਣ ਜੈਪੁਰ ਦਾ ਰਾਜਾ ਜਿਹੜਾ ਜੈ ਸਿੰਘ ਉਹ ਹੋ ਗਿਆ। ਤਿਸਨੋ ਸੰਗਤਾ ਕੀਰੀ। ਮਹਾਰਾਜ ਇੱਕ ਤਾਂ ਮੈਂ ਵੀ ਬੇਨਤੀ ਕਰ ਰਿਹਾ, ਭਾਈ ਗੁਰਬਖਸ਼ ਜੀ ਨੇ ਕਿਹਾ ਤੇ ਨਾਲ ਉਹਨਾਂ ਨੇ ਵੀ ਬੇਨਤੀ ਕੀਤੀ ਆ। ਜੈਪੁਰ ਨਰੇਸ਼ ਜੈ ਸਿੰਘ ਵੀ
ਤੇ ਨਾਲ ਔਰ ਵੀ ਸਾਰੀਆਂ ਸੰਗਤਾਂ, ਉਹਨਾਂ ਦੀ ਬੇਨਤੀ ਅਸੀਂ ਆਪ ਜੀ ਦੇ ਅੱਗੇ ਰੱਖ ਰਹੇ ਹਾਂ। ਸਭ ਦਾਸਨ ਪਰ ਕਰਨਾ ਕਰੀਏ, ਆਪ ਸਾਰੇ ਸੇਵਕਾਂ ਦੇ ਉੱਤੇ ਕਰੁਣਾ ਕਰਨਾ ਕਰੋ, ਕਿਰਪਾ ਕਰਨਾ ਕਰੋ। ਭੋਗੋ ਬਪ ਕੋ ਦਰਸ ਦਿਖਰੀਏ। ਮਹਾਰਾਜ ਇਹ ਸਰੀਰ ਦਾ ਤਿਆਗ ਨਾ ਕਰਨਾ ਕਰੋ, ਇਹ ਸਰੀਰ ਨੂੰ ਔਰ ਲੰਬਾ ਸਮੇਂ ਤੱਕ ਭੋਗੋ। ਭਾਵ ਕੇ ਸਰੀਰ ਦੇ ਵਿੱਚ ਵਿਚਰੋ ਤੇ ਨਾਲ ਦਰਸ ਦਿਖਰੀਏ, ਸਰੀਰ ਦੇ ਰੂਪ ਦੇ ਵਿੱਚ ਰਹਿ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣਾ ਕਰੋ। ਤਰਨ ਹੋਏ ਸੰਤਤ ਉਪਜਾਵਹੋ, ਤਰਨ ਹੋਏ ਸੰਤਤ ਉਪਜਾਵਹੋ। ਤੇ ਨਾਲ ਇਹਨਾਂ ਗੁਰਮੁਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬਾਲ ਅਵਸਥਾ ਦੀ ਆਪ ਜੀ ਦੀ ਆਰਵਲਾ ਹੈ। ਜਦੋਂ ਆਪ ਤਰੁਣ ਜਵਾਨੀ ਦੇ ਵਿੱਚ ਆਓਗੇ, ਉਸ ਵੇਲੇ ਵਿਆਹ ਕਾਰਜ ਕਰਕੇ ਸੰਤਤੀ ਦੀ ਉਤਪਤੀ ਕਰਨਾ ਕਰੋ। ਮਨੋ ਉਚਿਤ ਜਬ ਹੂੰ ਲਖ ਪਾਵਹੁ। ਜਦੋਂ ਆਪਨੇ ਵੇਖ ਲਿਆ ਕਿ ਭਾਈ ਤੁਹਾਡੇ ਬੱਚੇ ਜੋ ਹਨ ਗੁਰਤਾ ਗੱਦੀ ਦੇ ਉਚਿਤ ਹੋ ਗਏ, ਗੁਰਤਾ ਗੱਦੀ ਦੇ ਲਾਇਕ ਬਣ ਗਏ, ਗੁਰਤਾ ਗੱਦੀ ਦਾ ਇਹ ਪਹਾੜ ਸਾਂਭ ਸਕਦੇ, ਤਾਂ ਆਪਣੇ ਥਾਨ ਬਿਠਾਵਨ ਕੀ ਜਾ। ਫਿਰ ਮਹਾਰਾਜ ਆਪ ਜੀ ਉਸ ਵੇਲੇ ਆਪਣੇ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਖਤ ਦੇ ਉੱਤੇ ਉਹਨਾਂ ਨੂੰ ਬਿਠਾਉਣਾ ਕਰੋ। ਪਰਲੋਕ ਜਾਣੇ ਮਨ ਦੀਜਾ। ਉਸ ਤੋਂ ਬਾਅਦ ਪਰਲੋਕ ਗਮਨ ਕਰਨ ਦਾ ਮਨ ਵਿੱਚ ਇੱਛਾ ਧਾਰਨ ਕਰਨਾ ਕਰੋ। ਅਸੀਂ ਇਹ ਨਹੀਂ ਕਹਿੰਦੇ ਆ ਮਹਾਰਾਜ ਪਰਲੋਕ ਗਮਨ ਨਾ ਕਰੋ। ਦੇਖੋ ਕਿੰਨੀ ਉਹਨਾਂ ਦੀ ਨਿਰਮਲ ਭਾਵਨਾ ਹੈ। ਸਿੱਖਾਂ ਨੇ ਕਿਹਾ ਮਹਾਰਾਜ ਜੇ ਆਜ ਆਪ ਜੀ ਸਰੀਰ ਛੱਡ ਕੇ ਚੱਲ ਜਾਓਗੇ, ਇਹ ਸਿੱਖੀ ਦਾ ਜਹਾਜ਼ ਜਿਹੜਾ ਮਝਧਾਰ ਦੇ ਵਿੱਚ ਫਸ ਜਾਵੇਗਾ। ਕਈ ਅਖੌਤੀ ਦੰਭੀ ਪਖੰਡੀ ਗੁਰੂ ਬਣ ਕੇ ਬੈਠ ਜਾਣਗੇ, ਕਿਉਂਕਿ ਆਪ ਜੀ ਨੇ ਆਪਣਾ ਉੱਤਰਾਧਿਕਾਰੀ ਵੀ ਘੋਸ਼ਿਤ ਨਹੀਂ ਕੀਤਾ, ਨਹੀਂ ਕਿਹਾ ਕਿ ਜੀ ਇਹ ਸਾਡੇ ਤੋਂ ਬਾਅਦ ਇਹ ਹੋਵੇਗਾ ਗੁਰਤਾ ਗੱਦੀ ਦਾ ਮਾਲਕ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਮਹਾਰਾਜ, ਨੌਜਵਾਨ ਅਵਸਥਾ ਭੋਗ ਕਰਕੇ, ਵਿਆਹ ਸ਼ਾਦੀ ਕਰਕੇ, ਸੰਤਤੀ ਦੀ ਉਤਪਤੀ ਕਰਕੇ, ਉਹਨਾਂ ਨੂੰ ਲਾਇਕ ਬਣਾ ਕਰਕੇ, ਉਹਨਾਂ ਨੂੰ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਕਰਕੇ ਆਪ ਪ੍ਰਭੁਰ ਪਿਆਨਾ ਕਰਨਾ ਕਰੋ। ਇਹ ਇਸ ਤਰ੍ਹਾਂ ਕਰੋਗੇ ਤਾਂ ਮਹਾਰਾਜ ਸਾਰਾ ਕੰਮ ਜਿਹੜਾ ਗੁਰੂ ਕਰਦਾ ਸਬਰ ਜਾਵੇਗਾ। ਮ੍ਰਿਤ ਸੁਛੰਦ ਤੁਮ ਹੋ ਸਮਰੱਥ। ਆਪ ਜੀ ਦੇ ਹੱਥ ਦੇ ਵਿੱਚ ਆਪ ਜੀ ਦੀ ਮ੍ਰਿਤਿਉ ਹੈ ਤੇ ਆਪ ਜੀ ਸੁਛੰਦ ਹੋ, ਆਪ ਸਮਰੱਥ ਹੋ। ਤਨ ਧਾਰਨ ਤਿਆਗਨ ਨਿਜ ਹੱਥ। ਤਨ ਨੂੰ ਧਾਰਨ ਕਰਨਾ, ਸਰੀਰ ਨੂੰ ਧਾਰਨ ਕਰਨਾ ਤੇ ਨਾਲ ਸਰੀਰ ਦਾ ਤਿਆਗ ਕਰਨਾ, ਇਹ ਸਭ ਆਪ ਜੀ ਦੇ ਹੱਥ ਦੇ ਵਿੱਚ ਹੈ। ਯਾਤੇ ਸਭ ਕੋ ਕਹਿਵੋ ਬਨਾ। ਇਸ ਕਰਕੇ ਮਹਾਰਾਜ ਅਸੀਂ ਸਾਰੇ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਅਰਜ਼ੋਈਆਂ ਕਰ ਰਹੇ ਹਨ। ਰਚੋ ਤਥਾ ਜਿਮ ਬਾਛੋ ਮਨਾ। ਹੁਣ ਅਸੀਂ ਤਾਂ ਬੇਨਤੀ ਕਰ ਦਿੱਤੀ ਹੈ, ਜਿਸ ਤਰ੍ਹਾਂ ਆਪ ਜੀ ਨੂੰ ਭਾਉਂਦਾ ਉਸ ਤਰ੍ਹਾਂ ਆਪ ਜੀ ਕਰਨਾ ਕਰੋ। ਅਪਰਨ ਕੀ ਮ੍ਰਿਤੂ ਕਿਮ ਹੋਏ ਜਾਏ। ਤੇ ਅਪਰਨ ਕੀ ਮ੍ਰਿਤ, ਭਾਵ ਕਿ ਦੂਜਿਆਂ ਦੀ ਮੌਤ ਕਿਸ ਤਰ੍ਹਾਂ ਹੋ ਸਕਦੀ ਹੈ। ਅਭਿਲਾਖ ਸਕੋ ਜਿਵਾਏ। ਜੇ ਤੁਹਾਡੇ ਮਨ ਦੇ ਵਿੱਚ ਆ ਗਿਆ ਕਿ ਭਾਈ ਫਿਰ ਮਰਦਾ ਬਹੁਰ ਜਿਵਾਇਆ ਰਾਮ, ਕੇ ਭਾਈ ਇਹਨੂੰ ਜੀਵਨ ਦਾਨ ਦੇਣਾ, ਤੇ ਮਰੇ ਹੋਏ ਨੂੰ, ਮੁਏ ਹੋਏ ਨੂੰ ਵੀ ਆਪ ਜੀ ਜੀਵਨ ਦਾਨ ਦੇ ਸਕਦੇ ਹੋ। ਇਹ ਕੁਛ ਨਹੀਂ, ਇਹ ਕੁਛ ਨਹੀਂ ਹਮ ਕਹੀ। ਇਹ ਕੋਈ ਬਚਨ ਜਿਹੜਾ ਅਸਾਂ ਨੇ ਨਵਾਂ ਨਹੀਂ ਕਰਨਾ ਕੀਤਾ, ਪਹਿਲਾਂ ਤੋਂ ਹੀ ਮਹਾਰਾਜ ਸਿੱਖਾਂ ਦੇ ਵਿੱਚ ਇਹ ਬਚਨ ਪ੍ਰਗਟ ਹੈ, ਜ਼ਾਹਰ ਹੈ। ਗੁਰੂ ਘਰ ਮੈਂ ਨਿਤ ਹੋਵਤ ਰਹੀ। ਗੁਰੂ ਘਰ ਦੇ ਵਿੱਚ ਤਾਂ ਨਿਤ ਇਸ ਤਰ੍ਹਾਂ ਦੇ ਚੋਜ, ਇਸ ਤਰ੍ਹਾਂ ਦੀਆਂ ਕਰਾਮਾਤਾਂ ਸ਼ਕਤੀਆਂ ਵਰਤਦੀਆਂ ਹੀ ਰਹਿੰਦੀਆਂ। ਕੌਣ ਕੌਣ ਹਮ ਕਰਾ ਬਤਾਵਨ। ਅਸੀਂ ਮਹਾਰਾਜ ਕਿਹੜਾ ਕਿਹੜਾ ਪ੍ਰਮਾਣ ਦਈਏ, ਕਿਹੜਾ ਕਿਹੜਾ ਦ੍ਰਿਸ਼ਟਾਂਤ ਦੇਣਾ ਕਰੀਏ। ਤਕ ਮ੍ਰਿਤਕ ਕੀਨ ਜਿਵਾਵਨ। ਜਿਹੜੇ ਮਰੇ ਹੋਏ ਨੂੰ ਵੀ ਆਪ ਜੀ ਨੇ ਜੀਵਨ ਦਾਨ ਦੇ ਦਿੱਤਾ। ਸਾਧ ਸੰਗਤ ਜੀ ਬੇਅੰਤ ਇਹ ਇਤਿਹਾਸ ਜਦੋਂ ਗੁਰੂ ਸਾਹਿਬ ਜੀ ਦਾ ਪੜ੍ਹਦੇ ਆ ਸਾਨੂੰ ਪ੍ਰਮਾਣ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦਿੱਲੀ ਦੇ ਵਿੱਚ ਆਏ, ਮਹਾਵਤ ਦਾ ਹਾਥੀ ਮਰ ਗਿਆ। ਬੜਾ ਉਹਨੇ ਵਿਰਾਗ ਕੀਤਾ, ਕਿਹਾ ਕਿ ਮਹਾਰਾਜ ਇਹ ਤਾਂ ਮਰ ਗਿਆ, ਹੁਣ ਇਹਦੇ ਨਾਲ ਮੈਨੇ ਵੀ ਮਾਰ ਜਾਣਾ ਹੈ। ਇਹਦੇ ਕਰਕੇ ਮੇਰੀ ਰੋਜੀ ਰੋਟੀ ਚੱਲਦੀ ਸੀ, ਹੁਣ ਮੈਂ ਕਿਸ ਤਰ੍ਹਾਂ ਜੀਵਤ ਰਵਾਂਗਾ। ਇਹ ਮਰ ਗਿਆ, ਮੇਰੀ ਰੋਜੀ ਰੋਟੀ ਵੀ ਖਤਮ ਹੋ ਗਈ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਨਾਮ ਦਾ ਛੱਟਾ ਦੇ ਕਰਕੇ ਉਹਨੂੰ ਜੀਵਨ ਦਾਨ ਦੇ ਦਿੱਤਾ। ਇਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਆ। ਜਿਹੜੀ ਬਿਰਧਾ ਮਾਈ, ਉਹਦਾ ਨੌਜਵਾਨ ਬੱਚਾ ਚਲਾਣਾ ਕਰ ਗਿਆ, ਮਰ ਗਿਆ। ਬਹੁਤ ਉਹਨੇ ਅੰਮ੍ਰਿਤ ਵੇਲੇ ਵਿਰਾਗ ਕੀਤਾ, ਬੜਾ ਕਿਹਾ
ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਵੀ ਜੀਵਨ ਦਾਨ ਦੇ ਦਿੱਤਾ ਤੇ ਕਿਹਾ ਕਿ ਸੰਗਤ ਜੀ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਤਨ ਕਰਕੇ ਮੌਜੂਦ ਰਵਾਂਗੇ, ਇਹ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਤਨ ਕਰਕੇ ਮੌਜੂਦ ਰਵਾਂਗੇ, ਉਦੋਂ ਤੱਕ ਮਾਪਿਆਂ ਦੇ ਅੱਗੇ ਉਹਨਾਂ ਦੇ ਨੌਜਵਾਨ ਬੱਚੇ ਮਰਿਆ ਨਹੀਂ ਕਰਨਗੇ, ਜਦੋਂ ਤੱਕ ਤਨ ਕਰਕੇ ਰਵਾਂਗੇ। ਇਤਿਹਾਸਕਾਰ ਦੱਸਦੇ ਕਿ ਸਤਿਗੁਰੂ ਮਹਾਰਾਜ ਫਿਰ 5-6 ਸਾਲ ਜੋ ਵੀ ਸਮਾਂ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਰਹੇ ਤੇ ਮਾਤਾ ਪਿਤਾ ਦੇ ਅੱਗੇ, ਉਹਨਾਂ ਦੇ ਮਾਈ ਬਾਪ ਦੇ ਅੱਗੇ ਬੱਚਾ ਕਦੇ ਮਰਿਆ ਨਹੀਂ ਕਰਦਾ ਸੀ। ਮਹਾਰਾਜ ਜੀ ਤੋਂ ਬਾਅਦ ਜਦੋਂ ਮਹਾਰਾਜ ਜੀ ਨੇ ਤਨ ਦਾ ਪਰਦਾ ਕਰ ਲਿਆ, ਹੁਣ ਤੁਸੀਂ ਬੋਲੋਗੇ ਜੀ ਜੇ ਹੁਣ ਵੀ ਅਸੀਂ ਵੇਖਦੇ ਹਾਂ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੇ ਮਾਂ-ਬਾਪ ਦੇ ਅੱਗੇ ਬੱਚੇ ਮਰ ਗਏ, ਤੇ ਇਹ ਅੱਜ ਦੀ ਗੱਲ ਨਹੀਂ ਹੈ। ਮਹਾਰਾਜ ਨੇ ਜੋ ਵਰ ਦਿੱਤਾ, ਬਚਨ ਕੀਤਾ ਕਿ ਸਾਡੇ ਰਹਿੰਦਿਆਂ, ਤੀਜੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਸਾਡੇ ਰਹਿੰਦਿਆਂ ਸਾਡੀ ਹਜ਼ੂਰੀ ਦੇ ਵਿੱਚ ਤਨ ਕਰਕੇ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਦੇ ਵਿੱਚ ਰਵਾਂਗੇ ਤੇ ਉਹਨਾਂ ਦਾ ਉਸ ਸਮੇਂ ਦੇ ਵਿੱਚ ਮਾਂ ਪਿਓ ਦੇ ਅੱਗੇ ਬੱਚੇ ਨਹੀਂ ਮਰਨਗੇ, ਇਹ ਬਚਨ ਕੀਤਾ ਸੀ। ਬੇਅੰਤ ਸਾਧ ਸੰਗਤ ਜੀ ਸਾਖੀਆਂ ਆਉਂਦੀਆਂ ਹਨ ਤੇ ਜਿਸ ਤਰ੍ਹਾਂ ਕਿ ਬਾਬਾ ਅਟਲ ਰਾਏ ਸਾਹਿਬ ਜੀ ਨੇ ਆਪਣੇ ਮਿੱਤਰ ਮੋਹਨ ਨੂੰ ਜੀਵਨ ਦਾਨ ਦੇ ਦਿੱਤਾ। ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇੱਥੇ ਸਤਿਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਗਏ, ਉਸ ਵੇਲੇ ਜਦੋਂ ਇੱਕ ਬੱਚਾ ਮਰ ਗਿਆ, ਉਹਨਾਂ ਦੇ ਮਾਂ-ਬਾਪ ਨੇ ਕਿਹਾ, ਮਹਾਰਾਜ ਨੇ ਕਿਹਾ ਸੀ ਨਾ ਕਿ ਇਹਨਾਂ ਦੀ ਥਾਂ ਕੋਈ ਚੜ੍ਹਾਈ ਕਰ ਜਾਵੇ, ਆਪਣਾ ਜੀਵਨ ਦਾਨ ਇਹਨੂੰ ਦੇ ਦੇਵੇ, ਇਹਦੀ ਮੌਤ ਲੈ ਲਵੇ ਤੇ ਇਹ ਬੱਚਾ ਜਿਹੜਾ ਬਚ ਸਕਦਾ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਇੱਕ ਵਾਰੀ ਨਹੀਂ, ਗੁਰੂ ਘਰ ਦੇ ਵਿੱਚ ਬੇਅੰਤ ਇਸ ਤਰ੍ਹਾਂ ਕੌਤਕ ਆਪ ਨੇ ਕਰਨੇ ਕੀਤੇ। ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ। ਇਹ ਆਪ ਜੀ ਦੀ ਕਿਰਪਾ, ਇਹ ਆਪ ਜੀ ਦੀ ਵਡਿਆਈ ਹੈ। ਵਿਦਿਤ ਜਗਤ ਮੈਂ ਛਪੀ ਨਾ ਕੋਏ, ਇਹ ਸੰਸਾਰ ਦੇ ਵਿੱਚ ਗੱਲ ਪ੍ਰਗਟ ਹੈ, ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਸਰਬ ਕਲਾ ਸਮਰਥ ਗੁਰ ਹੋਏ, ਆਪ ਜੀ ਸਰਬ ਕਲਾ ਸਮਰੱਥ ਹੋ, ਪੂਰੇ ਗੁਰੂ ਹੋ। ਅਨਕ ਮ੍ਰਿਤਕ ਜੇ ਦਏ ਜਿਵਾਏ, ਬਹੁਤ ਸਾਰੇ ਜਿਹੜੇ ਮ੍ਰਿਤਕ ਹਨ ਉਹਨਾਂ ਨੂੰ ਆਪ ਜੀ ਨੇ ਜੀਵਨ ਦਾਨ ਦੇ ਦਿੱਤਾ। ਨਿਜ ਜੀਵਨ ਮੈਂ ਸੰਸਾ ਕਾਏ, ਤੇ ਮਹਾਰਾਜ ਜਦੋਂ ਆਪ ਜੀ ਦੂਜਿਆਂ ਨੂੰ ਜੀਵਨ ਦਾਨ ਦੇ ਕਰਕੇ ਉਹਨਾਂ ਨੂੰ ਮ੍ਰਿਤਕ ਨੂੰ ਪਾਇਓ ਤਨ ਸਾਸਾ, ਮ੍ਰਿਤਕ ਨੂੰ ਸਵਾਸ ਪਾ ਕਰਕੇ ਉਹਨੂੰ ਜੀਵਨ ਦਾਨ ਦੇ ਸਕਦੇ ਹੋ, ਮਰਦੇ ਨੂੰ ਫਿਰ ਤੋਂ ਆਪ ਜੀ ਬਚਾ ਸਕਦੇ ਹੋ, ਤੇ ਆਪ ਜੀ ਆਪਣਾ ਤਨ ਕਿਉਂ ਨਹੀਂ ਬਚਾ ਸਕਦੇ? ਭਾਵ ਕਿ ਇਹਦੇ ਵਿੱਚ ਕੋਈ ਦੁਚਿਤਾਈ ਵਾਲੀ ਗੱਲ ਨਹੀਂ ਹੈ। ਜਦੋਂ ਦੂਜੇ ਨੂੰ ਜੀਵਿਤ ਕਰ ਸਕਦੇ ਤਾਂ ਤੁਸੀਂ ਖੁਦ ਵੀ ਤਾਂ ਜੀਵਿਤ ਰਹਿ ਸਕਦੇ ਹੋ। ਬਾਲ ਅਵਸਥਾ ਮਹਤਮ ਹੈ, ਹੁਣ ਆਪ ਜੀ ਬਾਲ ਅਵਸਥਾ ਬਹੁਤ ਆਰਬਲਾ ਕਰਕੇ ਛੋਟੀ ਅਵਸਥਾ ਦੇ ਵਿੱਚ ਆਪ ਜੀ ਹੋ। ਅਸਮੰਜਸ ਲਖ ਸਭ ਹਮ ਕਹਾ, ਇਹ ਅਸਮੰਜਸਤਾ ਵਾਲੀ ਗੱਲ ਜਾਣ ਕਰਕੇ, ਕਿਉਂਕਿ ਅੱਗੇ ਗੁਰੂ ਘਰ ਦਾ ਪ੍ਰਬੰਧ ਜਿਹੜਾ ਪੂਰਾ ਅਸਤ ਵਿਅਸਤ ਹੋ ਜਾਵੇਗਾ, ਗੁਰੂ ਘਰ ਦੇ ਵਿੱਚ ਪੂਰੀ ਅਰਾਜਕਤਾ ਮਚ ਜਾਵੇਗੀ। ਇਸ ਕਰਕੇ ਆਪ ਜੀ ਕੁਝ ਸਮਾਂ ਜੀਵਤ ਰਹੋ, ਪੂਰਾ ਮੁਕੰਮਲ ਪ੍ਰਬੰਧ ਕਰੋ, ਪੂਰੇ ਹਰ ਇੱਕ ਨੂੰ ਸੈੱਟ ਕਰਕੇ ਫਿਰ ਚਲੋ ਆਪ ਜੀ ਭਾਣਾ ਵਰਤਾਇਆ, ਕੋਈ ਗੱਲ ਨਹੀਂ ਹੈ। ਸੁਣੀ ਵਾਰਤਾ ਸਤਿਗੁਰ ਸਾਰੀ, ਇਸ ਤਰ੍ਹਾਂ ਇਹ ਸਾਰੀ ਉਹਨਾਂ ਦੀ ਵਾਰਤਾ ਜੋ ਹੈ ਸਤਿਗੁਰੂ ਮਹਾਰਾਜ ਜੀ ਨੇ ਸੁਣ ਕਰਕੇ, ਅਪਰ ਸਭਾ ਸਭ ਤੂਸ਼ਨ ਧਾਰੀ, ਔਰ ਸਾਰੀ ਸਭਾ ਜਿਹੜੀ ਹੈ ਗੁਰਮੁਖ ਪਿਆਰੇ ਜਿਹੜੇ ਨਾ ਉਹ ਸਾਰੇ ਚੁੱਪ ਬੈਠੇ ਹੋਏ ਹਨ। ਇਹੀ ਤਾਂ ਸਾਧ ਸੰਗਤ ਜੀ ਸਿਆਣੇ ਮਨੁੱਖਾਂ ਦੀ ਨਿਸ਼ਾਨੀ ਹੁੰਦੀ ਹੈ। ਸਿਆਣੇ ਸਮਝਦਾਰ ਜੋ ਹੁੰਦੇ ਨਾ, ਯਾਦ ਰੱਖੋ, ਜਦੋਂ ਵੱਡੇ ਗੱਲ ਕਰਦੇ, ਕੋਈ ਗੰਭੀਰ ਮਸਲਾ ਚੱਲਦਾ ਨਾ, ਚਲੋ ਕੋਈ ਗੱਲ ਉਹਨਾਂ ਨੂੰ ਪਤਾ ਵੀ ਹੋਵੇ, ਉਹ ਵਿਚਕਾਰ ਨਹੀਂ ਪੈਂਦੇ। ਕਈ ਜਿਹੜੇ ਨਾ ਸਮਝ ਹੁੰਦੇ, ਕੋਈ ਉਹਨਾਂ ਦੀ ਲਿਆਕਤ ਵੀ ਨਹੀਂ ਹੁੰਦੀ, ਲੇਕਿਨ ਕੀ ਹੁੰਦਾ ਕਿ ਭਾਈ ਦੋ ਬਚਨ ਕਰਦੇ, ਉਹ ਵਿਚਕਾਰ ਪੈ ਜਾਂਦਾ, ਉਹ ਆਪਣੀ ਬੋਲੀ ਮਾਰ ਦਿੰਦਾ। ਨਹੀਂ ਜੀ, ਇਸ ਤਰ੍ਹਾਂ ਨਹੀਂ। ਇਹਦੇ ਨਾਲ ਫਿਰ ਧਿਆਨ ਭਟਕ ਜਾਂਦਾ ਹੈ। ਇਹਦੇ ਨਾਲ ਉਹ ਬੰਦਾ ਜਿਹੜਾ ਵਿਚਕਾਰ ਪੈਣ ਵਾਲਾ, ਉਹਦੇ ਮਨ ਵਿੱਚ ਹੁੰਦਾ, ਉਹ ਅਹੰਕਾਰੀ ਬੰਦੇ ਹੁੰਦੇ ਹਨ। ਉਹਨਾਂ ਨੂੰ ਲੱਗਦਾ ਕਿ ਮੈਨੂੰ ਬੜਾ ਪਤਾ ਹੈ ਭਾਈ, ਮੈਂ ਵੀ ਕੁਝ ਆਪਣਾ ਗਿਆਨ ਝਾੜ ਦੇਵਾਂ। ਇਹ ਅਸਭ्य ਗੱਲ ਹੁੰਦੀ ਹੈ। ਸਿਆਣੇ ਇਸ ਤਰ੍ਹਾਂ ਨਹੀਂ ਕਰਦੇ, ਭਾਵੇਂ ਕੋਈ ਗੱਲ ਦਾ ਉਹਨਾਂ ਨੂੰ ਪਤਾ ਵੀ ਹੋਵੇ। ਦੋ ਬੰਦੇ ਜਦੋਂ ਆਪਸ ਦੇ ਵਿੱਚ ਸਿਆਣੇ ਬਚਨ ਕਰਦੇ, ਚੁੱਪ ਰਹਿ ਕਰਕੇ ਸੁਣਦੇ। ਇਸ ਤਰ੍ਹਾਂ ਇਹ ਗੁਰਮੁਖ ਪਿਆਰੇ ਜਿਹੜੇ ਮੁਖੀ ਸਿੱਖ ਸਨ, ਸਤਿਗੁਰੂ ਮਹਾਰਾਜ ਜੀ ਦੇ ਨਾਲ ਜਦੋਂ ਬਚਨ ਕਰ ਰਹੇ ਤੇ ਸਾਰੇ ਚੁੱਪ ਹੋ ਗਏ। ਉਹਨਾਂ ਨੇ ਵਿਚਕਾਰ ਨਹੀਂ ਪੈਣਾ ਕੀਤਾ, ਕੋਈ ਲਾਲਾ ਲਾਲਾ ਨਹੀਂ ਕੀਤੀ ਕਿ ਮਹਾਰਾਜ ਨਹੀਂ ਇੰਜ ਕਰੋ ਜੀ ਉਂਝ ਕਰੋ। ਸਾਰੇ ਚੁੱਪ ਰਹਿ ਕਰਕੇ
ਗੰਭੀਰ ਅਵਸਥਾ ਦੇ ਵਿੱਚ ਇਹ ਬਚਨ ਨੂੰ ਸਰਵਣ ਕਰ ਰਹੇ ਸਨ। ਹਾਥ ਜੋੜ ਦੇਖਤ ਮੁਖ ਪਦਮ, ਤੇ ਸਾਰੇ ਹੱਥ ਜੋੜ ਕਰਕੇ ਦੇਖੋ ਕਿਹੋ ਜੀ ਉੱਥੇ ਅਵਸਥਾ ਹੋਵੇਗੀ, ਕਿਸ ਤਰ੍ਹਾਂ ਨਜ਼ਾਰਾ ਹੋਵੇਗਾ। ਇਹ ਗੁਰਮੁਖ ਪਿਆਰੇ ਬਚਨ ਪੈ ਕਰਦੇ, ਬਾਕੀ ਸਾਰੀਆਂ ਸੰਗਤਾਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਅਜ਼ਮਤ ਲੋ ਬਖਸ਼ਨ ਕੋ ਸਦਮ, ਸਾਰੇ ਮਨ ਵਿੱਚ ਵਿਚਾਰ ਕਰਦੇ ਹਨ ਕਿ ਭਾਈ ਗੁਰੂ ਘਰ ਦੇ ਵਿੱਚ ਤਾਂ ਕਰਾਮਾਤਾਂ ਦੀ ਬਖਸ਼ੀਸ਼ ਕੀਤੀ ਜਾਂਦੀ ਹੈ। ਸੰਗਤ ਬਿਨਤੀ ਤੇ ਕਿਆ ਪਹਨਹਿ, ਹੁਣ ਸੰਗਤਾਂ ਨੇ ਜਦੋਂ ਬੇਨਤੀ ਇੰਨਾ ਕਰਨੀ ਕੀਤੀ, ਹੁਣ ਸਤਿਗੁਰੂ ਮਹਾਰਾਜ ਜੀ ਕੀ ਜਵਾਬ ਦਿੰਦੇ ਹਨ, ਮਹਾਰਾਜ ਜੀ ਇਹਦਾ ਕੀ ਪ੍ਰਤੀ ਉੱਤਰ ਦਿੰਦੇ, ਉਹ ਸਾਰੇ ਸੁਣਨਾ ਚਾਹੁੰਦੇ। ਸਗਰੇ ਮਨ ਮਹਿ ਇਸ ਵਿਧ ਗੁਨਹਿ, ਸਾਰੇ ਮਨ ਦੇ ਵਿੱਚ ਇਹੀ ਸੋਚਦੇ ਕਿ ਚਲੋ ਜੀ ਮਹਾਰਾਜ ਨੂੰ ਵੀ ਇਹ ਬਚਨ ਮੰਨ ਲੈਣਾ ਚਾਹੀਦਾ, ਇੰਨੇ ਛੇਤੀ ਹਾਲੇ ਤਨ ਦਾ ਸਰੀਰ ਦਾ ਤਿਆਗ ਨਹੀਂ ਕਰਨਾ ਚਾਹੀਦਾ। ਕਿਰਪਾ ਨਿਧਾਨ ਬਚਨ ਪੁਨ ਪਹਨਿਓ, ਉਸ ਤੋਂ ਬਾਅਦ ਕਿਰਪਾ ਨਿਧਾਨ ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਮੌਨ ਠਾਨ ਸਭ ਹਨ ਤਬ ਸੁਨਿਓ, ਜਦੋਂ ਮਹਾਰਾਜ ਜੀ ਨੇ ਬਚਨ ਕੀਤਾ, ਮੌਨ ਠਾਨ ਕਰਕੇ ਸਾਰਿਆਂ ਨੇ ਪਾਤਸ਼ਾਹ ਜੀ ਦਾ ਬਚਨ ਸਰਵਣ ਕੀਤਾ। ਜਥਾ ਜੋਗ ਸੰਗਤ ਕੀ ਅਰਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਸੰਗਤ ਜੀ ਤੁਸਾਂ ਨੇ ਜੋ ਅਰਜ਼ ਕੀਤੀ, ਜੋ ਬੇਨਤੀ ਕੀਤੀ ਹੈ, ਜਥਾ ਚਿੱਤ ਹੈ। ਇਹ ਤੁਹਾਡਾ ਬਚਨ ਵੀ ਇਹ ਲਾਇਕ, ਇਹ ਠੀਕ ਬਚਨ ਹੈ, ਕੋਈ ਐਵੇਂ ਮਨ ਘੜਤ ਗੱਲ ਨਹੀਂ ਹੈ, ਬਹੁਤ ਇਹ ਸਿਆਣਪ ਵਾਲੀ ਗੱਲ ਕੀਤੀ ਹੈ। ਸੁਨੋ ਪਰਮੇਸ਼ਵਰ ਮਰਜੀ, ਫਿਰ ਵੀ ਤੁਹਾਨੂੰ ਇਹ ਸੁਣਨਾ ਚਾਹੀਦਾ, ਯਾਦ ਰੱਖਣਾ ਕਰੋ, ਜੋ ਪਰਮਾਤਮਾ ਦਾ ਭਾਣਾ ਉਹਦੀ ਜੋ ਮਰਜ਼ੀ ਹੁੰਦੀ ਹੈ। ਅਮਰੇ ਤਨ ਤਿਆਗਨ ਬਹੁ ਕਾਰਨ, ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਭਾਈ ਅਸੀਂ ਤੁਹਾਨੂੰ ਸਾਰਿਆਂ ਨੂੰ ਮਝਧਾਰ ਦੇ ਵਿੱਚ ਵਿਚਕਾਰ ਫਸਾ ਕਰਕੇ ਜਾ ਰਹੇ ਹਾਂ। ਮਹਾਰਾਜ ਨੇ ਕਿਹਾ ਨਹੀਂ ਭਾਈ, ਸਾਡਾ ਤਨ ਦਾ ਜੋ ਅਸੀਂ ਤਿਆਗ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਬਹੁਤ ਰਹੱਸਮਈ ਕਾਰਨ ਹਨ। ਉਹ ਤੁਹਾਨੂੰ ਅੱਜ ਪਤਾ ਨਹੀਂ ਲੱਗਣਗੇ, ਸਮਾਂ ਆਵੇਗਾ ਤਾਂ ਤੁਹਾਨੂੰ ਲੱਗੇਗਾ ਕਿ ਹਾਂਜੀ ਮਹਾਰਾਜ ਜੀ ਨੇ ਜੋ ਭਾਣਾ ਵਰਤਾਇਆ ਸੀ ਨਾ, ਉਹ ਯੋਗ ਸੀ ਕਰਕੇ। ਕਿਉਂਕਿ ਗੁਰਮੁਖੋ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੁਰੰਤ ਉਹਦਾ ਨਤੀਜਾ ਨਹੀਂ ਕੱਢਣਾ ਚਾਹੀਦਾ। ਆਪਾਂ ਕੀ ਕਰਦੇ ਆ, ਕੋਈ ਵੀ ਜਿਹੜਾ ਭਾਵੇਂ ਦੁੱਖ ਦਾ ਭਾਵੇਂ ਸੁੱਖ ਦਾ ਜੋ ਮਰਜ਼ੀ ਭਾਣਾ ਵਰਤ ਜਾਵੇ, ਜੋ ਹੋ ਜਾਵੇ ਨਾ, ਤੁਰੰਤ ਆਪਾਂ ਨਤੀਜਾ ਕੱਢ ਦਿੰਦੇ। ਜੇ ਗਲਤ ਹੋ ਗਿਆ ਜੀ, ਆਪਾਂ ਉਸੇ ਵੇਲੇ ਪਰੇਸ਼ਾਨ ਹੋ ਜਾਂਦੇ, ਕਹਿ ਦਿੰਦੇ ਨਹੀਂ ਜੀ ਬੜਾ ਗਲਤ ਹੋ ਗਿਆ, ਇੰਜ ਨਹੀਂ ਕਰਨਾ ਚਾਹੀਦਾ, ਉਂਝ ਨਹੀਂ ਕਰਨਾ ਚਾਹੀਦਾ, ਬੜੇ ਉਲਾਮੇ ਦੇ ਦਿੰਦੇ। ਜਾਂ ਕਿਸੇ ਨੇ ਕੁਝ ਛੋਟਾ ਮੋਟਾ ਇਹ ਕਰ ਦਿੱਤਾ ਤੇ ਬੜਾ ਉਹਨੂੰ ਸ਼ਾਬਾਸ਼ੀ ਵੀ ਦੇ ਦਿੰਦੇ। ਲੇਕਿਨ ਯਾਦ ਰੱਖਣਾ ਚਾਹੀਦਾ, ਕੁਝ ਫੈਸਲੇ ਤੁਰੰਤ ਨਹੀਂ ਕਰਨੇ ਚਾਹੀਦੇ, ਇੱਕ ਲੰਬਾ ਸਮਾਂ ਚਾਹੀਦਾ, ਫਿਰ ਪਤਾ ਲੱਗਦਾ ਕਿ ਭਾਈ ਕੀ ਉੱਥੇ ਜੋ ਭਾਣਾ ਵਰਤਿਆ ਉਹ ਸਾਰਿਆਂ ਦੇ ਲਈ ਹਿਤਕਰ ਸੀ ਜਾਂ ਅਹਿਤਕਰ ਸੀ। ਇਸ ਕਰਕੇ ਮਹਾਰਾਜ ਨੇ ਕਿਹਾ ਨਾ, ਉਹਨੀ ਲੰਮੀ ਨਜ਼ਰ ਨਿਹਾਲੀ ਹੈ। ਸਾਡੀ ਨਿਗਾਹ ਗੁਰਮੁਖੋ ਅੱਜ ਕੱਲ੍ਹ ਦੀ ਹੁੰਦੀ ਹੈ, ਇੱਕ ਦੋ ਦਿਨਾਂ ਦੀ ਨਿਗਾਹ ਹੁੰਦੀ ਹੈ। ਛੋਟਾ ਫੈਸਲਾ ਕਰ ਲੈਂਦੇ, ਨਹੀਂ ਜੀ ਬੜਾ ਮਾੜਾ ਕੀਤਾ, ਬੜਾ ਚੰਗਾ ਕੀਤਾ। ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਦਿਵ ਦ੍ਰਿਸ਼ਟੀ ਹੈ, ਲੰਮੀ ਨਜ਼ਰ ਨਿਹਾਲੀ ਇਹਦੇ ਨਾਲ ਤੱਕਦੇ ਹਨ। ਸੋ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਤੁਹਾਨੂੰ ਅੱਜ ਨਹੀਂ ਅੱਗੇ ਜਾ ਕਰਕੇ ਪਤਾ ਲੱਗੇਗਾ। ਆਛੋ ਨਹੀਂ ਜੇ ਕਰ ਹੈ ਉਚਾਰਨ, ਜੇ ਅਸੀਂ ਇਹ ਉਚਾਰਨ ਕਰਦੇ ਹਾਂ, ਤੁਹਾਨੂੰ ਦੱਸਦੇ ਹਾਂ, ਸਾਰੀ ਗੱਲ ਤੁਹਾਡੇ ਅੱਗੇ ਖੋਲ ਕੇ ਰੱਖ ਦਿੰਦੇ, ਤਾਂ ਵੀ ਇਹ ਪਰਮਾਤਮਾ ਦੇ ਹੁਕਮ ਦੀ ਅਦੂਲੀ ਹੁੰਦੀ ਹੈ। ਕਿਉਂਕਿ ਭਵਿੱਖ ਦੇ ਵਿੱਚ ਜਿਹੜਾ ਵੀ ਭਾਣਾ ਵਰਤਦਾ ਨਾ, ਕਈ ਵਾਰੀ ਗੁਰਮੁਖਾਂ ਨੂੰ ਮਹਾਂਪੁਰਖਾਂ ਨੂੰ ਪਤਾ ਹੁੰਦਾ ਹੈ, ਲੇਕਿਨ ਉਹ ਕਹਿੰਦੇ ਨਹੀਂ ਫਿਰਦੇ, ਉਹਨੂੰ ਜਰ ਕਰਕੇ ਰੱਖ ਲੈਂਦੇ ਹਨ, ਉਹ ਪ੍ਰਗਟ ਨਹੀਂ ਕਰਦੇ। ਜਿਸ ਤਰ੍ਹਾਂ ਭਾਈ ਗੁਰਮੁਖ 2-3 ਦਿਨ ਪਹਿਲਾਂ ਦਾਸ ਨੇ ਉਹ ਸਾਖੀ ਸਰਵਣ ਕਰਾਈ ਸੀ, ਭਾਈ ਭਿਖਾਰੀ ਜੀ ਦੇ ਕੋਲ ਗਿਆ। ਬਾਅਦ ਦੇ ਵਿੱਚ ਉਹਨੇ ਕਿਹਾ ਨਾ, ਭਾਈ ਭਿਖਾਰੀ ਜੀ, ਇਹਦਾ ਮਤਲਬ ਜਦੋਂ ਮੈਂ ਆਇਆ ਸੀ ਨਾ, ਤੁਸੀਂ ਇਹ ਚਾਦਰਾ ਬੁਣ ਰਹੇ ਸੀ, ਤੇ ਜਦੋਂ ਤੁਹਾਡਾ ਬੱਚਾ ਚੜ੍ਹਾਈ ਕਰ ਗਿਆ, ਮਰ ਗਿਆ, ਤੁਸੀਂ ਉਹੀ ਚਾਦਰਾ ਕੱਢ ਕੇ ਵਿਛਾਉਣਾ ਕੀਤਾ। ਇਹਦਾ ਇਹ ਮਤਲਬ ਨਿਕਲ ਰਿਹਾ ਕਿ ਤੁਹਾਨੂੰ ਪਤਾ ਸੀ ਕਿ ਤੁਹਾਡਾ ਬੱਚਾ ਚਲਾਣਾ ਕਰਨ ਵਾਲਾ ਮਰਨ ਵਾਲਾ ਹੈ। ਫਿਰ ਤੁਸਾਂ ਨੇ ਕਿਉਂ ਨਹੀਂ ਕਿਹਾ, ਕਿਉਂ ਉਹਨੂੰ ਨਹੀਂ ਬਚਾਇਆ? ਕਹਿ ਤਾਂ ਦੇਣਾ ਚਾਹੀਦਾ। ਚਲੋ ਇਹ ਤਾਂ ਗੱਲ ਛੱਡ ਦਿਓ, ਉਹਦਾ ਵਿਆਹ ਸੀ, ਤੇ ਜੇ ਤੁਸੀਂ ਬੱਚੇ ਨੂੰ ਕਹਿ ਦਿੰਦੇ, ਉਹਨੂੰ ਮੌਤ ਦੇ ਬਾਬਤ ਵੀ ਨਹੀਂ ਦੱਸਦੇ, ਉਹਨੂੰ ਕਹਿ ਦਿੰਦੇ ਬੇਟਾ ਵਿਆਹ ਟਾਲ ਦਈਏ, ਤਾਂ ਉਹ ਬੱਚੀ ਜਿਹੜੀ ਹੈ ਉਹਦਾ ਤਾਂ ਵਿਆਹ ਨਹੀਂ ਹੁੰਦਾ।
ਅੱਜ ਦੇਖੋ ਜੋ ਮਰਜ਼ੀ ਹੋ ਜਾਏ, ਵਿਆਹ ਵੀ ਹੋ ਗਿਆ ਤੇ ਉਹਨੇ ਪਤੀ ਦਾ ਸੁੱਖ ਵੀ ਨਹੀਂ ਮਾਣਨਾ ਕੀਤਾ ਤੇ ਉਹ ਬੇਵਾ ਬਣ ਗਈ ਹੈ। ਸਿਰ ਤੋਂ ਉਹਦੇ ਪਤੀ ਦਾ ਸਾਇਆ ਉੱਠ ਗਿਆ। ਚਲੋ ਉਹਦੀ ਤਾਂ ਜ਼ਿੰਦਗੀ ਬਚਾ ਸਕਦੇ ਸੀ ਨਾ ਆਪਾਂ, ਉਹਦਾ ਸਿਰ ਉਜੜਨ ਤੋਂ ਤਾਂ ਆਪਾਂ ਬਚਾ ਸਕਦੇ ਸੀ, ਆਪਨੇ ਕਿਉਂ ਕੀਤਾ? ਤੇ ਭਾਈ ਭਿਖਾਰੀ ਜੀ ਨੇ ਕਿਹਾ ਕਿ ਭਈ ਇਹੀ ਤਾਂ ਗੱਲ ਹੈ ਕਿ ਜਿਹੜੇ ਗੁਰਮੁਖ ਪਿਆਰੇ ਉਹਨਾਂ ਨੂੰ ਕਈ ਵਾਰੀ ਪਤਾ ਹੁੰਦਾ ਫਿਰ ਵੀ ਉਹ ਗੱਲ ਨੂੰ ਛੁਪਾ ਕੇ ਰੱਖਦੇ ਹਨ। ਉਹ ਐਵੇਂ ਉਹ ਫਿਰ ਦੱਸਦੇ ਨਹੀਂ ਫਿਰਦੇ ਕਿ ਇੰਜ ਹੋ ਜਾਵੇਗਾ, ਉਂਝ ਹੋ ਜਾਵੇਗਾ। ਇਹਨੂੰ ਹੀ ਤਾਂ ਆਪਾਂ ਭਾਣਾ ਕਹਿੰਦੇ ਆ ਕਿ ਜੋ ਵੀ ਵਰਤੇਗਾ ਨਾ ਉਹ ਰੱਬ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਵਰਤਣ ਵਾਲਾ। ਜੇ ਵਿਚਕਾਰ ਆਪਾਂ ਜਾ ਕਰਕੇ ਉਹਨੂੰ ਮੇਟਣ ਦਾ ਜਾਂ ਕੁਝ ਸੁਧਾਰਨ ਦਾ ਯਤਨ ਕਰਦੇ ਤੇ ਇਹਦੇ ਵਿੱਚ ਬਹੁਤ ਵੱਡੀ ਗਲਤੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਅਰਬ ਦੀ ਯਾਤਰਾ ਕਰ ਰਹੇ ਸਨ ਤੇ ਉਸ ਵੇਲੇ ਇੱਕ ਗੁਰਮੁਖ ਪਿਆਰਾ ਜਿਹੜਾ ਬੜਾ ਸ਼ੰਕਾਵਾਦੀ ਸੀ ਤੇ ਮਹਾਰਾਜ ਜੀ ਦੇ ਉਹਨੇ ਦਰਸ਼ਨ ਕੀਤੇ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਬਚਨ ਕੀਤਾ ਕਿ ਭਾਈ ਤੂੰ ਇੱਕ ਕੰਮ ਕਰ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਇਹਦੇ ਅਰਥ ਤੂੰ ਕਰਕੇ ਆ। ਉਹਨੇ ਕਿਹਾ ਕਿ ਭਈ ਇਹਦਾ ਅਰਥ ਕਰਨਾ ਬੜਾ ਔਖਾ ਹੈ। ਮਹਾਰਾਜ ਜੀ ਨੇ ਕਿਹਾ ਕਿ ਜਾ ਭਈ ਫਿਰ ਜਾ ਫਲਾਨੀ ਥਾਂ ਤੇ ਜਾ, ਉੱਥੇ ਮਹਾਂਪੁਰਖ ਰਹਿੰਦੇ ਹਨ, ਉਹਨਾਂ ਤੋਂ ਇਹ ਅਰਥ ਕਰਾ ਕੇ ਲੈ ਕਰਕੇ ਆ। ਮਹਾਰਾਜ ਜੀ ਚਾਹੁੰਦੇ ਤਾਂ ਉਹਨੂੰ ਉਸੇ ਵੇਲੇ ਉਹਦਾ ਅਰਥ ਦੱਸ ਦਿੰਦੇ, ਲੇਕਿਨ ਮਹਾਰਾਜ ਜੀ ਨੇ ਉਹਨੂੰ ਸੁਮਤ ਦੇਣੀ ਸੀ, ਉਹਨੂੰ ਸਿੱਖਿਆ ਦੇਣੀ ਸੀ। ਤੇ ਉਹ ਜਦੋਂ ਗਿਆ ਤੇ ਕਹਿੰਦੇ ਸਾਧ ਸੰਗਤ ਜੀ ਇੱਕ ਟਾਪੂ ਜਿਹੜਾ ਹੈ, ਟਾਪੂ ਦੇ ਵਿਚਕਾਰ ਉਹ ਖੜੋਤਾ ਹੋਇਆ ਬੈਠਿਆ ਹੋਇਆ ਹੈ ਤੇ ਕੀ ਤੱਕਦਾ ਕਿ ਇੱਕ ਜਹਾਜ਼ ਜਿਹੜਾ ਭਰਿਆ ਹੋਇਆ ਲੱਦਿਆ ਹੋਇਆ ਜਹਾਜ਼ ਜਿਹੜਾ ਉਹ ਜਹਾਜ਼ ਆ ਰਿਹਾ ਸੀ ਤੇ ਆਉਂਦੇ ਆਉਂਦੇ ਟਾਪੂ ਦੇ ਲਾਗੇ ਜਦੋਂ ਲੱਗਣ ਵਾਲਾ ਉਸ ਵੇਲੇ ਉਹ ਜਹਾਜ਼ ਡੁੱਬਣਾ ਸ਼ੁਰੂ ਹੋ ਗਿਆ। ਇਹਦੇ ਮਨ ਵਿੱਚ ਆਇਆ, ਇਹਨੇ ਕਿਹਾ ਕਿ ਭਾਈ ਇਹ ਜਹਾਜ਼ ਬਚ ਜਾਵੇ, ਇਹਦੇ ਨਾਲ ਕਈ ਜ਼ਿੰਦਗੀਆਂ ਬਚ ਸਕਦੀਆਂ, ਕਈ ਬੰਦੇ ਤਾਂ ਮਰ ਰਹੇ ਹਨ, ਇਹ ਤਾਂ ਬਚ ਜਾਣਗੇ। ਕਹਿੰਦੇ ਉਹਨੇ ਜੋ ਬਚਨ ਕੀਤਾ ਉਹਦੇ ਬਚਨਾਂ ਦੇ ਨਾਲ ਡੁੱਬਦਾ ਹੋਇਆ ਜਹਾਜ਼ ਫਿਰ ਤੋਂ ਪਾਣੀ ਦੇ ਉੱਤੇ ਆ ਗਿਆ, ਡੁੱਬਣ ਤੋਂ ਬਚ ਗਿਆ। ਉਹਨੂੰ ਲੱਗਿਆ ਕਿ ਭਾਈ ਦੇਖੋ ਮੇਰੇ ਅੰਦਰ ਕੋਈ ਸ਼ਕਤੀ ਹੈ, ਮੈਨੇ ਬਚਨ ਕੀਤਾ, ਜਹਾਜ਼ ਡੁੱਬ ਰਿਹਾ ਸੀ ਤੇ ਉਹ ਜਹਾਜ਼ ਡੁੱਬਣ ਤੋਂ ਰਹਿ ਗਿਆ। ਫਿਰ ਅੱਗੇ ਇੱਕ ਕੌਤਕ ਵਰਤਿਆ। ਅੱਗੇ ਕੀ ਹੋਇਆ, ਦੂਜੇ ਤੀਜੇ ਦਿਨ ਉੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਸਾਰਾ ਮੀਂਹ ਜਿਹੜਾ ਸਮੁੰਦਰ ਦੇ ਵਿਚਕਾਰ ਪੈ ਗਿਆ। ਜਿੱਥੇ ਧਰਤੀ ਹੈ, ਧਰਤੀ ਦੇ ਵਿੱਚ ਇੱਕ ਕਣੀ ਵੀ ਪਾਣੀ ਦੀ ਨਹੀਂ ਪਈ। ਇਹਨੇ ਉਸ ਵੇਲੇ ਵੀ ਰੱਬ ਦਾ ਹੁਕਮ ਮੋੜਨਾ ਕੀਤਾ, ਕਿਹਾ ਕਿ ਰੱਬਾ ਤੂੰ ਕਿਹੋ ਜਿਹਾ ਨਾ ਇਨਸਾਫ ਕਰ ਰਿਹਾ। ਤੇ ਉੱਥੇ ਸਮੁੰਦਰ ਦੇ ਵਿੱਚ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਉਹ ਪਾਣੀ ਖਰਾਬ ਹੋ ਜਾਵੇਗਾ, ਖਾਰਾ ਹੋ ਜਾਵੇਗਾ। ਤੇ ਆਕਾਸ਼ ਤੇ ਜਲ ਦੀ ਲੋੜ ਇੱਥੇ ਧਰਤੀ ਤੇ ਹੈ, ਇੱਥੇ ਪਾਣੀ ਨਹੀਂ ਪੈ ਰਿਹਾ ਤੇ ਉੱਥੇ ਪਾਣੀ ਪੈ ਰਿਹਾ, ਜਿੱਥੇ ਪੈਣਾ ਚਾਹੀਦਾ ਉੱਥੇ ਨਹੀਂ ਪੈਂਦਾ। ਤੇ ਕਹਿੰਦੇ ਉਸੇ ਵੇਲੇ ਪਾਣੀ ਸਮੁੰਦਰ ਦੇ ਵਿੱਚ ਪੈਣ ਤੋਂ ਰੁਕ ਗਿਆ, ਧਰਤੀ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਇਹ ਗੱਲ ਹੋ ਗਈ। ਉਸ ਤੋਂ ਬਾਅਦ ਜਦੋਂ ਮਹਾਰਾਜ ਜੀ ਦੇ ਕੋਲ ਆਇਆ, ਮਹਾਰਾਜ ਨੇ ਕਿਹਾ ਇਹੀ ਤਾਂ ਅਸੀਂ ਤੈਨੂੰ ਸਮਝਾਉਣਾ ਚਾਹੁੰਦੇ ਹਾਂ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰੂ ਕਾ ਪਿਆਰਾ ਜਿਹੜਾ ਨਾ ਉਹ ਕਦੇ ਰੱਬ ਦਾ ਹੁਕਮ ਨਹੀਂ ਮੇਟਦਾ। ਤੂਨੇ ਇਹ ਜੋ ਰੱਬ ਦਾ ਹੁਕਮ ਮੇਟਣਾ ਕੀਤਾ, ਬਹੁਤ ਵੱਡਾ ਤੈਨੇ ਪਾਪ ਕੀਤਾ। ਸੋ ਫਿਰ ਮਹਾਰਾਜ ਜੀ ਨੇ ਉਹਨੂੰ ਸਮਝਾਇਆ। ਉਹਨੇ ਕਿਹਾ ਮਹਾਰਾਜ ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਤਾਂ ਉਹਦਾ ਭਲਾ ਕੀਤਾ ਹੈ। ਜਹਾਜ਼ ਡੁੱਬ ਰਿਹਾ ਸੀ, ਬਚਨ ਕਰਕੇ ਜਹਾਜ਼ ਨੂੰ ਮੈਨੇ ਤਾਰ ਦਿੱਤਾ। ਮਹਾਰਾਜ ਨੇ ਕਿਹਾ ਭਲਿਆ ਤੈਨੂੰ ਨਹੀਂ ਪਤਾ ਉਹ ਜਹਾਜ਼ ਦੇ ਵਿੱਚ ਵੱਡੇ ਵੱਡੇ ਪਾਪੀ, ਚੋਰ, ਡਕੈਤ, ਹੱਤਿਆਰੇ ਬੈਠੇ ਹੋਏ ਸਨ। ਰੱਬ ਉਹਨੂੰ ਮਾਰਨਾ ਚਾਹੁੰਦਾ ਸੀ ਕਿ ਇਹਨੂੰ ਖਤਮ ਕਰ ਦਈਏ, ਪਾਪ ਦਾ ਪਹਾੜ ਲੈ ਜਾਵੇਗਾ। ਤੂਨੇ ਬਚਾ ਦਿੱਤਾ। ਹੁਣ ਉਹ ਜਿੰਨੇ ਪਾਪ ਕਰਨਗੇ ਉਹਦੇ ਪਾਪਾਂ ਦਾ ਜਿਹੜਾ ਅੰਸ਼ ਤੈਨੂੰ ਵੀ ਪ੍ਰਾਪਤ ਹੋਵੇਗਾ। ਉਹ ਡਰ ਗਿਆ, ਕੰਬ ਗਿਆ। ਫਿਰ ਕਿਹਾ ਮਹਾਰਾਜ ਜਿੱਥੇ ਪਾਣੀ ਪੈਣਾ ਚਾਹੀਦਾ ਸੀ, ਮੈਂ ਤਾਂ ਲੋਕਾਂ ਦਾ ਭਲਾ ਹੀ ਕੀਤਾ ਨਾ। ਜੇ ਧਰਤੀ ਤੇ ਪੈ ਗਿਆ, ਧਰਤੀ ਦੇ ਜਾਨਵਰ ਜਿਹੜੇ ਹਨ ਉਹ ਪਾਣੀ ਛਕ ਲੈਣਗੇ। ਮਹਾਰਾਜ ਨੇ ਕਿਹਾ ਧਰਤੀ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਤਾਂ ਪਾਣੀ ਦੇਰ ਸਵੇਰ ਮਿਲ ਹੀ ਜਾਵੇਗਾ, ਲੇਕਿਨ ਤੈਨੂੰ ਪਤਾ ਨਹੀਂ ਕਈ ਸਮੁੰਦਰ ਦੇ ਜੀਵ ਰਹਿੰਦੇ ਖਾਰੇ ਜਲ ਦੇ ਵਿੱਚ, ਸਮੁੰਦਰ ਦੇ ਵਿੱਚ ਰਹਿੰਦੇ, ਲੇਕਿਨ ਉਹ ਮਿੱਠਾ ਜਲ, ਆਕਾਸ਼ੀ ਜਲ ਜਿਹੜਾ ਹੈ, ਜਦੋਂ ਕਣੀਆਂ ਪੈਂਦੀਆਂ ਉਹਨੂੰ ਛਕ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ। ਉਹਨਾਂ ਜੀਵਾਂ ਨੇ ਪੁਕਾਰ ਕੀਤੀ ਤਾਂ ਮੀਂਹ ਪੈ ਗਿਆ।
ਤੂਨੇ ਮੀਂਹ ਨੂੰ ਹਟਾ ਦਿੱਤਾ, ਉਹ ਜਿਹੜੇ ਜੀਵ ਜੰਤ ਜਿਹੜੇ ਤੜਫ ਤੜਫ ਕੇ ਮਰ ਗਏ ਉਹਦਾ ਵੀ ਪਾਪ ਤੈਨੂੰ ਲੱਗ ਗਿਆ। ਕਈ ਵਾਰੀ ਨਾ ਗੁਰਮੁਖੋ ਸਾਨੂੰ ਲੱਗਦਾ, ਦੇਖੋ ਵੇਖਿਆ ਜਾਵੇ ਉਹਨੂੰ ਇਹੀ ਲੱਗ ਰਿਹਾ ਸੀ ਨਾ ਜੀ ਮੈਨੇ ਚੰਗਾ ਕੰਮ ਕੀਤਾ, ਉਪਕਾਰ ਕੀਤਾ, ਲੇਕਿਨ ਕਈ ਵਾਰੀ ਕਿਤੇ ਉਪਕਾਰ ਦੇ ਪਿੱਛੇ ਵੀ ਆਪਾਂ ਪਾਪ ਖੱਟ ਲੈਂਦੇ ਹਾਂ। ਜੋ ਉਹਦਾ ਹੁਕਮ ਵਰਤ ਰਿਹਾ ਨਾ ਉਹਨੂੰ ਸੱਤ ਕਰਕੇ ਮੰਨਣਾ ਚਾਹੀਦਾ। ਗੁਰ ਗਾਦੀ ਅਬ ਚਲ ਜਗ ਮਾਹੀ। ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਗੁਰਤਾ ਗੱਦੀ ਦੀ ਫਿਕਰ ਹੈ। ਮਹਾਰਾਜ ਜੀ ਨੇ ਕਿਹਾ ਗੁਰਤਾ ਗੱਦੀ ਅਚਲ ਹੈ। ਅਬ ਚਲ ਨੀਵ ਧਰੀ ਗੁਰ ਨਾਨਕਾ, ਨਿਤ ਨਿਤ ਚੜੈ ਸਵਾਈ। ਇਹ ਅਬਚਲ ਨੀਵ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਧਰਨੀ ਕੀਤੀ ਹੈ। ਇਹ ਗਿਰ ਸਿੱਖੀ ਦਾ ਇਹ ਮੰਜ਼ਲ, ਇਹ ਬਾਗ ਜਿਹੜਾ ਘਟੇਗਾ ਨਹੀਂ, ਵੱਧਦਾ ਜਾਵੇਗਾ। ਵਧ ਹੈ ਪ੍ਰਤਾਪ ਮਿਟ ਹੈ ਕਿਮ ਨਾਹੀ। ਇਹ ਗੁਰਸਿੱਖੀ ਦਾ ਬਾਗ ਕਦੇ ਵੀ ਮਿਟ ਨਹੀਂ ਸਕਦਾ। ਕਈ ਸਾਧ ਸੰਗਤ ਜੀ ਮਿਟਾਉਣ ਵਾਲੇ ਆਏ, ਮਾਰਨ ਵਾਲੇ ਆਏ, ਲੇਕਿਨ ਮਰ ਗਏ ਮਾਰਨ ਵਾਲੇ। ਸਿੱਖਾਂ ਨੂੰ ਖਤਮ ਕਰਨ ਵਾਲੇ, ਉਹਨਾਂ ਦਾ ਖੁਰਾ ਖੋਜ ਖਤਮ ਹੋ ਗਿਆ। ਇਹ ਬਾਗ ਜਿਹੜਾ ਨਾ ਇਹ ਹਰਕਾ ਬਾਗ ਹੈ, ਗੁਰੂ ਨਾਨਕ ਦੇਵ ਜੀ ਦਾ ਬਾਗ ਜੋ ਮਹਾਰਾਜ ਜੀ ਨੇ ਲਾਇਆ। ਸਾਹਿਬਜ਼ਾਦਿਆਂ ਨੇ, ਸ਼ਹੀਦ ਸਿੰਘਾਂ ਨੇ ਆਪਣੇ ਖੂਨ ਦੇ ਨਾਲ ਇਹਨੂੰ ਸਿੰਚਨਾ ਕੀਤਾ। ਇਸ ਕਰਕੇ ਬਣੀ ਰਹੇਗੀ ਸਦਾ ਰੁੱਤ ਬਹਾਰ ਇਸ ਦੇ, ਲਾਗੇ ਖਿਜਾਨੇ ਇਹਦੇ ਢੁਕਣਾ ਨਹੀਂ, ਲੱਗੀ ਔੜ ਤਾਂ ਇਹਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁਕਣਾ ਨਹੀਂ। ਮਹਾਰਾਜ ਨੇ ਇਹ ਗੁਰਮੁਖ ਪਿਆਰਿਆਂ ਨੇ ਬਚਨ ਕੀਤਾ ਕਿ ਸਦਾ ਇਹ ਸਿੱਖੀ ਦੀ ਬਾੜ ਪ੍ਰਫੁੱਲਤ ਰਵੇਗੀ, ਬਾਗ ਜਿਹੜਾ ਹਰਿਆਵਲ ਰਵੇਗਾ, ਇਹ ਕਦੇ ਨਾਸ਼ ਨਹੀਂ ਹੋਵੇਗਾ। ਮਨੋਕਾਮਨਾ ਸੰਗਤ ਪਾਵਹਿ। ਜੋ ਸੰਗਤ ਦੀ ਮਨੋਕਾਮਨਾ ਹੈ ਉਹ ਮਨੋਕਾਮਨਾ ਉਹਨਾਂ ਦੀ ਪੂਰੀ ਹੁੰਦੀ ਰਹਿ ਜਾਵੇਗੀ। ਇਹ ਗੁਰ ਤੇ ਉਪਦੇਸ਼ ਕਮਾਵਹਿ। ਉਹ ਤੁਹਾਨੂੰ ਕੀ ਲੱਗਦਾ ਕਿ ਗੁਰੂ ਜੀ ਅਸੀਂ ਹੁਣ ਭਾਣਾ ਵਰਤਾ ਦਿੱਤਾ, ਗੁਰਤਾ ਗੱਦੀ ਖਤਮ ਹੋ ਜਾਵੇਗੀ? ਨਹੀਂ, ਅਗਲੇ ਗੁਰੂ ਜੀ ਹੋਣਗੇ, ਉਹ ਵੀ ਉਪਦੇਸ਼ ਦੇਣਗੇ। ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਹੁਣ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਗੁਰਮੁਖੋ ਇਹ ਬਚਨ ਕੀਤਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਚਾਰਨ ਕਰੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੋ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਜੋ ਸ਼ਬਦ ਗੁਰੂ ਹੈ, ਜੋ ਹੁਣ ਸਾਡੇ ਮੌਜੂਦਾ ਗੁਰੂ 11ਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗ੍ਰੰਥ ਹਿਰਦਾ ਯਹ ਗੁਰ ਕੋ ਜਾਨੋ, ਊਤਮ ਹੈ ਸਭ ਕਾਲ ਰਹਿ ਹੈ। ਮਹਾਰਾਜ ਨੇ ਕਿਹਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਮਹਾਰਾਜ ਜੀ ਦੀ ਜੋ ਬਾਣੀ ਹੈ, ਹਮਰੋ ਚਾਹੇ ਦਰਸ਼ਨ ਹੀਰਾ। ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਗੁਰਮੁਖ ਇਸ ਦੇ ਨਾਲ ਹਨ ਭਾਈ ਤੋਤਾ ਮਹਿਤਾ ਜੀ। ਇਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਕਿ ਸਾਡੇ ਦਰਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਹੋ ਜਾਣਗੇ। ਇਹੀ ਬਚਨ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਬਚਨ ਕੀਤਾ ਕਿ ਤੁਮ ਜੋ ਕਹਿਤ ਹੋ ਸਤਿਗੁਰੂ, ਦਰਸ਼ਨ ਕਰ ਮੋਹਿ ਆਏ, ਲਖੀਏ ਤੁਮਰਾ ਦਰਸ਼ਨ ਕਹਾ, ਕਹੋ ਮੋਹਿ ਸਮਝਾਏ। ਕਿ ਮਹਾਰਾਜ ਤੁਸੀਂ ਕਹਿੰਦੇ ਕਿ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ, ਲੇਕਿਨ ਅਸੀਂ ਤੁਹਾਡੇ ਕਿੱਥੇ ਦਰਸ਼ਨ ਦੀਦਾਰੇ ਕਰੀਏ? ਕਿਉਂਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਕਰਕੇ ਮੌਜੂਦ ਸਨ। ਉਹਨਾਂ ਨੇ ਕਿਹਾ ਮਹਾਰਾਜ ਜੇ ਹਜੂਰ ਸਾਹਿਬ ਆਪ ਜੀ ਮੌਜੂਦ ਹੋ, ਜਿਹੜਾ ਤੁਹਾਡੇ ਦਰਬਾਰ ਦੇ ਵਿੱਚ ਆਇਆ ਉਹਨੇ ਤੁਹਾਡੇ ਦਰਸ਼ਨ ਕਰਨਾ। ਹੁਣ ਇੱਕ ਸਮੇਂ ਦੇ ਵਿੱਚ ਕੋਈ ਅੰਮ੍ਰਿਤਸਰ ਤਾਂ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ, ਕੋਈ ਆਨੰਦਪੁਰ ਤਾਂ ਨਹੀਂ ਕਰ ਸਕਦਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਉਹ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰ ਸਕਦੀ ਹੈ? ਸੋ ਫਿਰ ਮਹਾਰਾਜ ਨੇ ਕਿਹਾ ਤੀਨ ਰੂਪ ਹੈ ਮੋਹੇ ਕੋ ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ। ਏਕ ਰੂਪ ਤੈ ਗੁਰ ਤੇ ਪਰੇ, ਨੇਤ ਨੇਤ ਜੈ ਨਿਗਮ ਉਚਰੈ। ਤੇ ਜਿਸ ਤਰ੍ਹਾਂ ਇੱਕ ਰੂਪ ਜਿਹੜਾ ਨੇਤ ਨੇਤ ਕਰਕੇ ਜਿਹਨੂੰ ਵੇਦ ਉਚਾਰਨ ਕਰਦੇ ਹਨ, ਪੂਰ ਰਹਿਓ ਜਿਉ ਜਲ ਘਟ ਬਾਮੀ। ਦੂਸਰ ਰੂਪ ਗ੍ਰੰਥ ਦੀ ਜਾਨ, ਆਪਨ ਅੰਗ ਮੇਰੇ ਕਰਮਾਨ, ਰੋਮ ਰੋਮ ਅਛਰ ਸੋ ਲਹੋ, ਬਾਤ ਜਥਾਰਤ ਤੁਮ ਸੋ ਕਹੋ। ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਹੈ ਨਾ ਗੁਰਮੁਖੋ, ਮਹਾਰਾਜ ਨੇ ਕਿਹਾ ਉਹ ਸਾਡੇ ਰੋਮ ਦੇ ਵੱਤ ਹੈ। ਸਰੀਰ ਦੇ ਅੰਦਰ
ਜਿਹੜੇ ਹੁਣ ਡਾਕਟਰਾਂ ਨੇ ਇਹ ਤੱਤ ਕੀਤਾ ਕੱਢਿਆ ਹੈ, ਕਹਿੰਦੇ ਕਿ ਇੱਕ ਭਾਵੇਂ ਲੜਕਾ ਭਾਵੇਂ ਲੜਕੀ ਹੋਵੇ ਤਕਰੀਬਨ 3.5 ਕਰੋੜ ਉਹਦੇ ਸਰੀਰ ਦੇ ਵਿੱਚ ਰੋਮ ਝਰਨਟੇ ਹੁੰਦੇ ਹਨ। ਪੂਰੇ ਸਰੀਰ ਦੀ ਦਾਸ ਗੱਲ ਕਰ ਰਿਹਾ। ਸੋ ਮਹਾਰਾਜ ਨੇ ਕਿਹਾ ਇਹ ਜਿੰਨੇ ਅੱਖਰ ਹਨ ਇਹ ਸਾਡੇ ਰੋਮ ਰੋਮ ਹਨ। ਤੇ ਅੱਗੇ ਪਾਤਸ਼ਾਹ ਜੀ ਨੇ ਕਿਹਾ ਜੋ ਮੁਝ ਦਰਸ਼ਨ ਕੀ ਚਾਹ ਦਰਸ਼ਨ ਕਰੇ ਗ੍ਰੰਥ ਜੀ ਆ ਹੈ। ਜਿਹਨੇ ਭਾਈ ਮੇਰੇ ਦਰਸ਼ਨ ਕਰਨੇ ਹਨ ਕਿ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੋ, ਉਹਨਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋ ਜਾਣਗੇ। ਆਪਨ ਗਨ ਕਉ ਤਤ ਛਿਨ ਹਰਾ। ਤੁਹਾਡੇ ਜਿੰਨੇ ਵੀ ਪਾਪ ਜੋ ਹਨ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨੂੰ ਨਾਸ਼ ਕਰ ਦੇਣਾ। ਹਮ ਸੋ ਬਾਤ ਕਰਨ ਕੋ ਚਾਹੇ। ਜੋ ਸਾਡੇ ਨਾਲ ਬਾਤ ਕਰਨਾ ਚਾਹੁੰਦਾ ਪਠੈ ਸੁਨਹਿ ਗੁਰ ਗ੍ਰੰਥ ਉਮਾਹ। ਮਹਾਰਾਜ ਨੇ ਕਿਹਾ ਗੁਰਬਾਣੀ ਦਾ ਪਠਨ ਪਾਠਨ ਕਰਨਾ ਕਰੇ, ਗੁਰਬਾਣੀ ਨੂੰ ਸਰਵਣ ਕਰਨਾ ਕਰੇ। ਗੁਰਮੁਖ ਪਿਆਰਿਓ ਮਹਾਂਪੁਰਖ ਦੱਸਦੇ, ਕਮਾਈ ਵਾਲੇ ਕਹਿੰਦੇ ਕਿ ਜਦੋਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਅਸੀਂ ਇਹ ਭਾਵਨਾ ਬਣਾਉਂਦੇ ਕਿ ਅਸੀਂ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਨ। ਜਦੋਂ ਕੀਰਤਨ ਹੁੰਦਾ ਇਹ ਭਾਵਨਾ ਬਣਾਉਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਸ਼ਬਦ ਦੇ ਰਾਹੀਂ ਮੈਨੂੰ ਉਪਦੇਸ਼ ਦੇ ਰਹੇ। ਜਦੋਂ ਗੁਰਮਤਿ ਵਿਚਾਰ ਹੁੰਦੀ ਹੈ ਇਹ ਭਾਵਨਾ ਬਣਾਉਣੀ ਚਾਹੀਦੀ ਹੈ ਕਿ ਇਹ ਉਪਦੇਸ਼ ਗੁਰੂ ਮਹਾਰਾਜ ਜੀ ਗੁਰਮੁਖ ਪਿਆਰਿਆਂ ਦੇ ਰਾਹੀਂ ਸਾਨੂੰ ਦੇ ਰਹੇ ਹਨ। ਹੁਣ ਇਹ ਬਚਨ ਇੱਥੇ ਮਹਾਰਾਜ 8ਵੇਂ ਪਾਤਸ਼ਾਹ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਜੋ ਮਮ ਸਾਥ ਚਾਹੈ ਕਰ ਬਾਤ ਗ੍ਰੰਥ ਜੀ ਪੜ੍ਹੈ ਵਿਚਾਰ ਹੈ ਸਾਥ। ਤੇ ਜੋ ਮੇਰੇ ਨਾਲ ਬਾਤ ਕਰਨਾ ਚਾਹੁੰਦਾ ਗੱਲਬਾਤ ਕਰਨਾ ਚਾਹੁੰਦਾ ਉਹ ਗ੍ਰੰਥ ਜੀ ਨੂੰ ਵਾਚਨਾ ਕਰੇ, ਗੁਰਬਾਣੀ ਨੂੰ ਪੜ੍ਹੇ, ਵਿਚਾਰ ਹੈ ਸਾਰ। ਗੁਰਬਾਣੀ ਦਾ ਸਾਰ ਤੱਤ ਜਿਹੜਾ ਹੈ ਉਹਦੀ ਵਿਚਾਰ ਕਰਨਾ ਕਰੇ। ਜਿਹੜਾ ਇਹਦੀ ਵਿਚਾਰ ਕਰੇਗਾ ਸਮਝ ਲਿਓ ਸਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ। ਇਸ ਮਹਿ ਕਹਿਓ ਜੋ ਕਰਹਿ ਕਮਾਵਨ। ਜੋ ਮਹਾਰਾਜ ਜੀ ਨੇ ਬਚਨ ਕੀਤਾ ਨਾ, ਜੋ ਕਮਾਉਣ ਦੀ ਗੱਲ ਕੀਤੀ ਤੇ ਉਹਨੂੰ ਕਮਾਉਣਾ ਚਾਹੀਦਾ ਹੈ। ਚਾਰ ਪਦਾਰਥ ਲਈ ਮਨ ਪਾਵਨ। ਮਹਾਰਾਜ ਜੀ ਨੇ ਕਿਹਾ ਉਹਨਾਂ ਨੂੰ ਫਿਰ ਚਾਰ ਪਦਾਰਥ ਚਾਰੇ ਦੇ ਚਾਰੇ ਪ੍ਰਾਪਤ ਹੋ ਜਾਂਦੇ। ਉਹੇ ਕਾਮਨਾ ਸਿੱਖ ਕਾ ਕੋਈ। ਜਿਹੜੇ ਵੀ ਗੁਰੂ ਕੇ ਪਿਆਰੇ ਸਿੱਖ ਦੀ ਕੋਈ ਵੀ ਮਨੋ ਕਾਮਨਾ ਹੋਵੇ, ਵਿਘਨ ਪਰਹਿ ਕੈ ਸੰਕਟ ਹੋਈ। ਕੋਈ ਵਿਘਨ ਪੈ ਜਾਵੇ, ਸੰਕਟ ਪੈ ਜਾਵੇ, ਮਹਾਰਾਜ ਨੇ ਕਿਹਾ ਨਾ ਕਾਰਜ ਕਹਾ ਕਾਮ ਬਾਟ ਕਹਾਟ ਜਪੀਜੈ। ਕੋਈ ਕੰਮ ਘਾਟ ਬਾਤ ਹੋ ਜਾਵੇ ਤਾਂ ਵੀ ਉਹਨੂੰ ਯਾਦ ਕਰਨਾ ਚਾਹੀਦਾ। ਚਰਨ ਗ੍ਰੰਥ ਸਾਹਿਬ ਕੀ ਜਾਏ। ਮਹਾਰਾਜ ਨੇ ਕਿਹਾ ਉਸੇ ਵੇਲੇ ਤਤ ਛਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਆ ਕਰਕੇ ਤਤ ਛਿਨ ਸਤਿਗੁਰ ਬਣੈ ਸਹਾਈ। ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਮਹਾਰਾਜ ਬਿਘਨਾਂ ਤੋਂ ਸੰਕਟ ਤੋਂ ਨਾਸ਼ ਕਰ ਦਿੰਦੇ ਤੇ ਉਹਦੇ ਜੀਵਨ ਦੇ ਵਿੱਚ ਸੁੱਖਾਂ ਦਾ ਪ੍ਰਕਾਸ਼ ਕਰਦੇ ਹਨ। ਸ਼ਰਧਾਲੂ ਕੋ ਸਭ ਕਿਛ ਆਹ। ਜਿਹੜਾ ਸ਼ਰਧਾਲੂ ਹੈ ਗੱਲ ਗੁਰਮੁਖ ਸ਼ਰਧਾ ਦੀ ਗੱਲ ਹੈ। ਸ਼ਰਧਾਲੂ ਦੇ ਕੋਲ ਝੋਲੀ ਹੁੰਦੀ ਹੈ ਤੇ ਝੋਲੀਆਂ ਭਰ ਕੇ ਲੈ ਕੇ ਜਾਂਦਾ। ਉਹੇ ਅਸ਼ਰਧਕ ਕਿਮੁ ਨ ਲਹਾ। ਲੇਕਿਨ ਜਿਹੜਾ ਅਸ਼ਰਧਕ ਬੰਦਾ ਹੁੰਦਾ, ਅਸ਼ਰਧਕ ਬੰਦਾ ਉਹਨੂੰ ਇਸ ਦਰੋਂ ਘਰੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਨੂੰ ਵੀ ਪ੍ਰਾਪਤ ਹੋਇਆ ਉਹਨਾਂ ਦੇ ਕੋਲ ਸ਼ਰਧਾ ਦੀ ਝੋਲੀ ਸੀ। ਔਰ ਸ਼ਰਧਕ ਬੰਦਾ ਜਿਹੜਾ ਖਾਲੀ ਆਉਂਦਾ ਤੇ ਉਹ ਖਾਲੀ ਚੱਲ ਜਾਂਦਾ। ਤਨ ਸਦੀਵ ਥਿਰ ਹੋਏ ਨਾ ਕੋਏ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਤਨ ਜਿਹੜਾ ਹੈ ਸਦੀਵ ਕਾਲ ਨਹੀਂ ਰਹਿਣ ਵਾਲਾ। ਹਿਰਦਾ ਗ੍ਰੰਥ ਗੁਰ ਕੋ ਲਿਹੁ ਜੋਏ। ਗ੍ਰੰਥ ਹਿਰਦਾ ਯਹ ਗੁਰ ਕੋ ਜਾਨੋ ਊਤਮ ਹੈ ਸਭ ਕਾਲ ਰਹਿ ਹੈ। ਨਿਤ ਦਰਸ਼ਨ ਕਰ ਮਸਤਕ ਟੇਕੋ। ਇਸ ਕਰਕੇ ਮਹਾਰਾਜ ਨੇ ਕਿਹਾ ਦਿਨ ਦੇ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਜਦੋਂ ਸਮਾਂ ਬਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨੇ ਚਾਹੀਦੇ, ਮੱਥਾ ਟੇਕਣਾ ਚਾਹੀਦਾ। ਵਿਕਾਰਨ ਪਾਏ ਵਿਵੇਕ। ਇਹਦੇ ਨਾਲ ਵਿਕਾਰ ਨਾਸ਼ ਹੋ ਜਾਣਗੇ, ਵਿਵੇਕ ਦੀ ਪ੍ਰਾਪਤੀ ਹੋਵੇਗੀ। ਸੁਨ ਕਰ ਸਤਿਗੁਰ ਕੀ ਇਹ ਮਹਾਰਾਜ ਜੀ ਦੀ ਬਾਣੀ ਸੁਣ ਕਰਕੇ ਸਭਨ ਬਿਲੋਚਨ ਤੇ ਬਹਿ ਬਾਣੀ। ਸਾਰਿਆਂ ਦੇ ਅੱਖਾਂ ਦੇ ਵਿੱਚੋਂ ਵਿਰਾਗ ਜਿਹੜਾ ਉਛਲ ਕੇ ਆਇਆ। ਇੰਨੀਆਂ ਕੋ ਸਾਧ ਸੰਗਤ ਜੀ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਆਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ, ਬਿਨਾਸੀ ਅਘਨਾਸ। हे पूरन है सर्व मैं दुख भंजन गुणदास। हे संगी हे निरंकार, हे निर्गुण सब टेक। हे गोबिंद हे गुण निधान, जाकै सदा। हे अपरंपर हर हरे है पी होवनहार। हे संतां कै सदा संग, हे ठाकुर हाँ दास रो। मैं निर्गुण गुण नहीं कोय, नानक दीजै नाम दान। आए प्रभु शरणागति, कृपा निध दयाल। एक अखर हर मन बसता, नानक होत निहाल। वाहिगुरु नाम जहाज है, चढ़ै सो उतरै पार। जो श्रद्धा कर सेव दे, गुर पार उतारण। कथा निता व्रत होत है, सुनो सो सिंह सुजाना। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, निर्भयो निर्वैर अकाल मूरत। अजूनी सैभं गुर प्रसाद, जप आद सच जुगाद सच। है भी सच, नानक होसी भी सच। एक ओंकार सतनाम करता पुरख, निर्भयो निर्वैर अकाल मूरत। अजूनी सैभं गुर प्रसाद, जप आद सच जुगाद सच। है भी सच, नानक हसी भी सच। एक ओंकार सतनाम करता पुरख, निर्भयो निर्वैर अकाल मूरत। अजूनी सैभं गुर प्रसाद, जप आद सच जुगाद सच। है भी सच, नानक होसी भी सच। एक ओंकार सतनाम करता पुरख, निर्भयो निर्वैर अकाल मूरत। अजूनी सैभं गुर प्रसाद, जप आद सच जुगाद सच। है भी सच, नानक होसी भी सच। एक ओंकार सतनाम करता पुरख, निर्भयो निर्वैर अकाल मूरत। अजूनी सैभं गुर प्रसाद, जप आद सच जुगाद सच। है भी सच, नानक होसी भी सच। वाहो वाहो गोबिंद सिंह जी, आहो आहो गोबिंद सिंह जी। कलगियां वाले गोबिंद सिंह जी, कलगियां वाले गोबिंद सिंह जी। बाजां वाले गोबिंद सिंह जी, बाजां वाले गोबिंद सिंह जी। फौजां वाले गोबिंद सिंह जी, फौजां वाले गोबिंद सिंह जी। जोजी प्यारे गोबिंद सिंह जी, जोजी प्यारे गोबिंद सिंह जी। वाहो वाहो गोबिंद सिंह जी, वाहो वाहो गोबिंद सिंह जी। वाहो वाहो गोबिंद सिंह जी। वाहो वाहो गोबिंद सिंह जी। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀਆਂ ਕਿ ਤੁਲਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟ ਹਵਾਂ ਪ੍ਰਵਾਨ ਕਰਦੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।